ਜਿਸ ਤਰੀਕੇ ਨਾਲ ਰੀਨਾ ਰਾਏ ਦੀ ਐਂਟਰੀ 1 ਸਾਲ ਬਾਅਦ ਪੰਜਾਬ ਦੇ ਵਿੱਚ ਹੁੰਦੀ ਹੈ, ਤੁਸੀਂ ਇਸ ਐਂਟਰੀ ਨੂੰ ਕਿਵੇਂ ਵੇਖਦੇ ਹੋ? ਦੇਖੋ ਜਿਹੜੀ ਉਹ ਹੁਣ ਆ ਕੇ ਆਲ ਆਫ ਅ ਸਡਨ 1 ਸਾਲ ਬਾਅਦ ਇਹ ਗੱਲਾਂ ਕਰਨ ਲੱਗ ਗਈ। ਪਹਿਲਾਂ ਵੀਡੀਓ ਤੁਸੀਂ ਵੀ ਲਾਈਵ ਦੇਖੇ ਹੋਣੇ ਆ, ਥੋੜ੍ਹੇ ਜਿਹੇ ਲਾਈਵ ਪਾਏ ਸੀ। ਹੁਣ ਆ ਕੇ ਇੱਕੋਦਮ ਮੀਡੀਆ ਨੂੰ ਫੇਸ ਕਰ ਲਿਆ, ਇੰਟਰਵਿਊਜ਼ ਕਰ ਲਈਆਂ। ਅਤੇ ਇਹ ਜੇ ਹੁਣ ਮੈਂ ਇਹਨੂੰ ਕਹੂੰਗਾ ਵੀ ਇਹ ਨਾ ਆਪਣੀ ਜਿਹੜੇ ਪੰਥ 'ਚ ਵਰਖੇਵਾਂ ਖੜੇ ਕਰਨ ਵਾਲੀ ਗੱਲ ਆ। ਮੰਗੇਤਰ ਦਾ ਜ਼ਿਕਰ ਕਰ ਰਹੇ ਕਿ ਮੈਂ ਮੰਗੇਤਰ ਸੀਗੀ, ਮੇਰੀ ਰਿੰਗ ਸੈਰੇਮਨੀ ਉਹਨਾਂ ਦੇ ਨਾਲ ਹੋ ਗਈ ਸੀ, ਅਸੀਂ ਇੰਗੇਜਡ ਸੀਗੇ, ਇਸ ਦੇ ਬਾਰੇ ਸਭ ਨੂੰ ਪਤਾ ਸੀ। ਨਹੀਂ, ਇਹਦੇ ਬਾਰੇ ਸਾਨੂੰ ਤਾਂ ਪਰਿਵਾਰ ਨੂੰ ਤਾਂ ਪਤਾ ਨਹੀਂ ਸੀਗਾ। ਦੀਪ ਸਿੱਧੂ ਨੇ ਰੀਨਾ ਰਾਏ ਨੂੰ ਚੁੱਪ ਕਰਾਇਆ ਕਿ ਤੂੰ ਨਾ ਸੱਚ ਬੋਲ, ਤੂੰ USA ਨਿਕਲ ਜਾ। ਨਹੀਂ, ਮੇਰੇ ਨਾਲ ਉਹਦੀ ਅੱਜ ਤੱਕ ਗੱਲ ਹੀ ਨਹੀਂ ਹੋਈ। ਇਹਨਾਂ ਸਾਰਾ ਕੁਝ ਹੁੰਦਾ ਸੀ ਤੇ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ ਕਿ ਉਹਨਾਂ ਦਾ ਕੋਈ ਰਿਲੇਸ਼ਨ ਸੀਗਾ ਹੀ ਨਹੀਂ ਆਪਣੀ? ਮੈਂ ਰਿਲੇਸ਼ਨ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਦੋਸਤੀ ਸੀਗੀ, ਬਾਕੀ ਵਿਚਰਦੇ ਸੀ, ਪਰਿਵਾਰ ਨਾਲ ਨਹੀਂ ਵਿਚਰੀ ਗਈ ਉਹ। ਠੀਕ ਆ, ਜਦੋਂ ਜਿਵੇਂ ਹੁਣ ਲੁਧਿਆਣਾ ਬੇਸ ਸੀਗਾ, ਜਦੋਂ ਪ੍ਰਮੋਸ਼ਨ ਫਿਲਮ ਦੀ ਪ੍ਰਮੋਸ਼ਨ ਵੇਲੇ ਆਉਂਦੇ ਸੀ, ਆਉਂਦੇ ਆ ਸਾਰੇ ਯੂਨਿਟ ਹੀ ਆਉਂਦਾ ਸੀਗਾ, ਇਕੱਲੀ ਇਹ ਥੋੜ੍ਹੀ ਆਈ ਹੈਗੀ। ਉਹ ਇਹ ਚੀਜ਼ਾਂ ਨੂੰ ਹੁਣ ਜੇ ਤੁਸੀਂ ਆਪਦੇ ਪਰਸਨਲ ਬੈਨੀਫਿਟਸ ਲਈ ਹੁਣ ਦੀਪ ਨੂੰ ਡਿਫੇਮ ਕਰਨ ਲਈ ਇਹ ਗੱਲਾਂ ਕਰੀ ਚੱਲੋ ਤਾਂ ਉਹਦਾ ਤਾਂ ਕੋਈ ਹਰਜ ਨਹੀਂ ਨਾ। ਮੈਂ ਅੱਜ ਇਹ ਵੀ ਕਹਿਣਾਗਾ ਵੀ ਮੇਰੀ ਉਹਦੇ ਨਾਲ ਕਦੇ ਗੱਲ ਨਹੀਂ ਹੋਈ। ਕਹਿੰਦੇ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਸੀ, ਇਸ ਤਰੀਕੇ ਦੇ ਨਾਲ ਵੀ ਪ੍ਰੈਜ਼ੈਂਟ ਕੀਤਾ ਗਿਆ ਸਭ ਦੇ ਸਾਹਮਣੇ ਕਿ ਰੀਨਾ ਰਾਏ ਹੁਣ ਏਜੰਸੀਆਂ ਦੇ ਬੰਦੀ ਹੈ। ਜੇਕਰ ਤੁਹਾਨੂੰ ਲੱਗ ਰਿਹਾ ਕਿ 1 ਸਾਲ ਬਾਅਦ ਵਾਪਸ ਮੁੜੀ ਹੈ ਔਰ ਸੱਚ ਸਾਹਮਣੇ ਲਿਆਉਣ ਦੀ ਗੱਲ ਹੋ ਰਹੀ ਹੈ। ਦੇਖੋ, ਮੈਂ ਇਹੀ ਗੱਲ ਪਹਿਲਾਂ ਵੀ ਕਹੀ ਹੈਗੀ ਵੀ ਇੱਕ ਆਪਣੇ ਪੰਥ 'ਚ, ਆਪਣੇ ਪੰਜਾਬ 'ਚ ਵੱਖ ਕਰਨ ਵਾਲੀ ਨੀਤੀ ਚੱਲ ਰਹੀ ਆ ਵੀ ਆਪਣਾ ਮੇਨ ਮੁੱਦੇ ਆਪਣੇ ਪੰਥ ਦੇ ਹੋਰ ਆ, ਉਹ ਤੋਂ ਆਪਾਂ ਨੂੰ ਭਟਕਾਇਆ ਜਾ ਰਿਹਾ ਹੈਗਾ। ਦੀਪ ਸਿੱਧੂ ਦੀ ਮਹਿਲਾ ਮਿੱਤਰ ਜਿਹੜੀ ਹੈ ਉਹ ਕਈ ਦਿਨਾਂ ਤੋਂ ਮੀਡੀਆ ਦੇ ਅੱਗੇ ਜਿਹੜੀ ਹੈ ਬਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ, ਇੰਟਰਵਿਊਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਵੱਲੋਂ ਕਈ ਸਵਾਲ ਚੱਕੇ ਜਾ ਰਹੇ ਨੇਗੇ। ਮੈਂ ਜ਼ਿਕਰ ਕਰ ਰਿਹਾ ਰੀਨਾ ਰਾਏ ਦਾ, ਜੋ ਕਿ ਲਗਾਤਾਰ ਸਵਾਲ ਚੱਕਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਵਾਰਿਸ ਪੰਜਾਬ ਜਥੇਬੰਦੀ ਦੇ ਜੋ ਮੁਖੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ, ਔਰ ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਸਿੱਧੂ ਦੇ ਵੀ, ਕਿ ਸੱਚ ਕੀ ਹੈ ਇਹ ਸਭ ਦੇ ਅੱਗੇ ਸਾਹਮਣੇ ਆਉਣਾ ਚਾਹੀਦਾ ਕਿ ਦੀਪ ਸਿੱਧੂ ਸ਼ਹੀਦ ਨਹੀਂ ਸੀ। ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ ਔਰ ਮੈਨੂੰ 1 ਸਾਲ ਤੱਕ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਉਲਝਾ ਕੇ ਰੱਖਿਆ, ਜਨਤਾ ਦੇ ਅੱਗੇ ਜਿਹੜਾ ਸੱਚ ਹੈ ਉਹ ਨਹੀਂ ਆਉਣ ਦਿੱਤਾ। ਲੇਕਿਨ ਸਵਾਲ ਜਦੋਂ ਸੱਕੇ ਭਰਾ 'ਤੇ ਉੱਠ ਜਾਂਦੇ ਨੇ ਤੇ ਇਹਨਾਂ ਦੇ ਜਵਾਬ ਲੈਣ ਦੀ ਵੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਰਹਿੰਦੀ ਹੈ। ਤਾਂ ਅੱਜ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਇੱਕ ਸਵਾਲ ਦਾ ਜਵਾਬ ਜਿਹੜਾ ਉਹ ਲਿੱਤਾ ਜਾਵੇ, ਕਿਉਂਕਿ ਅੱਜ ਮੇਰੇ ਨਾਲ ਖਾਸ ਮਹਿਮਾਨ ਮਨਦੀਪ ਸਿੱਧੂ ਜਿਹੜੇ ਨੇ ਮੌਜੂਦ ਨੇ, ਦੀਪ ਸਿੱਧੂ ਦੇ ਛੋਟੇ ਭਰਾ ਨੇ। ਸਰ, ਜਿਸ ਤਰੀਕੇ ਨਾਲ ਭੂਮਿਕਾ ਬੰਨੀ ਹੈ, ਇਸ ਭੂਮਿਕਾ ਦੇ ਵਿੱਚ ਹਰ ਜਗ੍ਹਾ ਤੇ ਤੁਹਾਨੂੰ ਸਵਾਲ ਹੀ ਆਏ ਹੋਣੇ ਕਿ ਸਵਾਲ ਬਹੁਤ ਨੇ। ਜਿਸ ਤਰੀਕੇ ਨਾਲ ਰੀਨਾ ਰਾਏ ਦੀ ਐਂਟਰੀ 1 ਸਾਲ ਬਾਅਦ ਪੰਜਾਬ ਦੇ ਵਿੱਚ ਹੁੰਦੀ ਹੈ, ਤੁਸੀਂ ਇਸ ਐਂਟਰੀ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਹੜੀ ਉਹ ਹੁਣ ਆ ਕੇ ਆਲ ਆਫ ਅ ਸਡਨ 1 ਸਾਲ ਬਾਅਦ ਇਹ ਗੱਲਾਂ ਕਰਨ ਲੱਗ ਗਈ। ਪਹਿਲਾਂ ਵੀਡੀਓ ਤੁਸੀਂ ਵੀ ਲਾਈਵ ਦੇਖੇ ਹੋਣੇ ਆ, ਥੋੜ੍ਹੇ ਜਿਹੇ ਲਾਈਵ ਪਾਏ ਸੀ। ਹੁਣ ਆ ਕੇ ਇੱਕੋਦਮ ਮੀਡੀਆ ਨੂੰ ਫੇਸ ਕਰ ਲਿਆ, ਇੰਟਰਵਿਊਜ਼ ਕਰ ਲਈਆਂ। ਅਤੇ ਇਹ ਜੇ ਹੁਣ ਮੈਂ ਇਹਨੂੰ ਕਹੂੰਗਾ ਵੀ ਇਹ ਨਾ ਆਪਣੀ ਜਿਹੜੇ ਪੰਥ 'ਚ ਵਰਖੇਵਾਂ ਖੜੇ ਕਰਨ ਵਾਲੀ ਗੱਲ ਆ ਵੀ ਇੱਕ ਪਾਸੇ ਆਪਣੇ ਮੁੱਦੇ ਤਾਂ ਕੌਮ ਦੇ ਹੋਰ ਆ ਅਤੇ ਉਹਨਾਂ ਨੂੰ ਆਪਾਂ ਉਹ ਤੋਂ ਹਟਾ ਕੇ, ਕਿਉਂਕਿ ਜੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਵੀ ਲੱਗਿਆ, ਜੇ ਮੈਂ ਉਹਦੀ ਗੱਲ ਕਰੂੰਗਾ, ਉਹ ਕਿਤੇ ਨਾ ਕਿਤੇ ਬਾਈ ਦੀਪ ਦੀ ਸੋਚ ਨੂੰ ਲੈ ਕੇ, ਜਾਂ ਜਿਵੇਂ ਬਾਈ ਨੇ ਨੌਜਵਾਨੀ ਨੂੰ ਹੁਲਾਰਾ ਮਾਰਿਆ, ਉਹਦੇ ਬੇਸ 'ਤੇ ਉਹ ਖੜ੍ਹਾ ਹੋਇਆ ਹੈਗਾ। ਉਹੀ ਨੌਜਵਾਨੀ ਨੂੰ ਉੱਧਰੋਂ ਹਟਾਉਣ ਦੀ ਵਜ੍ਹਾ ਨਾਲ ਅਤੇ ਇਹ ਜਿਵੇਂ ਇਹਨੂੰ ਬੁਲਾਇਆ ਜਾ ਰਿਹਾ ਹੈਗਾ ਕਿਸੇ ਤੋਂ। ਪਰ ਮੈਂ ਭੂਮਿਕਾ ਦੇ ਵਿੱਚ ਮਹਿਲਾ ਸਾਥੀ ਕਿਹਾ, ਮਹਿਲਾ ਮਿੱਤਰ ਕਿਹਾ ਹੈਗਾ, ਅਸਲ ਦੇ ਵਿੱਚ ਕੌਣ ਨੇਗੇ ਉਹ? ਕੀ ਫਿਓਂਸੇ ਨੇਗੇ, ਕਿ ਉਹਨਾਂ ਦੀ ਗਰਲਫ੍ਰੈਂਡ ਨੇਗੇ, ਜਾਂ ਮਹਿਲਾ ਮਿੱਤਰ? ਦੇਖੋ, ਦੋਸਤੀ ਤਾਂ ਉਹਨਾਂ ਵਿੱਚ ਸੀਗੀ, ਇਸ ਚੀਜ਼ ਦਾ ਤਾਂ ਕੋਈ ਦੋ ਰਾਏ ਹੈ ਨਹੀਂ ਗੀ। ਕੋ ਸਟਾਰ ਵੀ ਨਾਲ ਵੀ ਰਹੀ ਆ, 2 ਫਿਲਮਾਂ ਵੀ ਕੀਤੀਆਂ, ਇੱਕ ਆਉਣ ਵਾਲੀ ਫਿਲਮ ਵੀ ਹਜੇ ਸਾਡੀ ਅੱਧ ਤੋਂ ਵੱਧ ਸ਼ੂਟ ਹੋ ਗਈ ਸੀ, ਉਹ ਵੀ ਪਈ ਆ। ਇੱਕ ਗਾਣੇ 'ਚ ਵੀ ਨਾਲ ਕੰਮ ਕੀਤਾ ਹੈਗਾ। ਇਸ ਚੀਜ਼ ਤੋਂ ਤਾਂ ਕੋਈ ਆਪਾਂ ਕਹਾਂਗੇ ਵੀ ਭੱਜ ਨਹੀਂ ਸਕਦੇ ਵੀ ਦੋਸਤੀ ਉਹਨਾਂ 'ਚ ਸੀਗੀ। ਮੰਗੇਤਰ ਦਾ ਜ਼ਿਕਰ ਕਰ ਰਹੇ ਕਿ ਮੈਂ ਮੰਗੇਤਰ ਸੀਗੀ, ਮੇਰੀ ਰਿੰਗ ਸੈਰੇਮਨੀ ਉਹਨਾਂ ਦੇ ਨਾਲ ਹੋ ਗਈ ਸੀ, ਅਸੀਂ ਇੰਗੇਜਡ ਸੀਗੇ, ਇਸ ਦੇ ਬਾਰੇ ਸਭ ਨੂੰ ਪਤਾ ਸੀ। ਨਹੀਂ, ਇਹਦੇ ਬਾਰੇ ਸਾਨੂੰ ਤਾਂ ਪਰਿਵਾਰ ਨੂੰ ਤਾਂ ਪਤਾ ਨਹੀਂ ਸੀਗਾ। ਜੇ ਉਹਨੇ ਕੋਈ ਆਪਦੀ ਗੱਲ ਕਰਕੇ ਵੀ ਉਹ ਫਿਰ ਅੱਜ ਹੀ ਜਾ ਕੇ ਉਹ ਗੱਲ ਕਿੱਥੋਂ ਚੱਕੀ ਹੈਗੀ? ਉਹ ਇਹ ਚੀਜ਼ ਤਾਂ ਪਹਿਲਾਂ ਵੀ ਕਰ ਸਕਦੀ ਸੀ। ਪਹਿਲਾਂ ਕਿੰਨੇ ਵਾਰੀ ਲਾਈਵ ਹੋਈ ਆ, ਉਦੋਂ ਤੱਕ ਤਾਂ ਉਹਨੇ ਇਹ ਗੱਲ ਨਹੀਂ ਕੀਤੀ। ਉਹ ਬਾਹਰ ਵੀ ਕਿੰਨੇ ਵਾਰੀ ਤੁਸੀਂ ਆਪ ਦੇਖ ਲਓ, ਹਰੇਕ 2 ਮਹੀਨਿਆਂ ਬਾਅਦ ਲਾਈਵ ਹੋ ਕੇ ਬਾਈ ਦੀਪ ਦੇ ਹੀ ਪੇਜ ਤੋਂ ਉਹਨੂੰ ਉਹ ਸ਼ੇਅਰ ਕਰਦੀ ਆ ਉਹਨੂੰ। ਆਲ ਆਫ ਅ ਸਡਨ ਅੱਜ ਹੀ ਉਹਨੂੰ ਇਹ ਕਿਵੇਂ? ਉਹੀ ਮੈਂ ਕਹਿੰਦਾ ਵੀ ਇਹ ਆਪਣੀ ਕੌਮ 'ਚ ਬੁਰਖੇੜਾ ਖੜਾ ਕਰਨ ਵਾਲੀ ਗੱਲ ਆ
ਉਹ ਕਹਿੰਦੇ ਨੇ 1 ਸਾਲ ਤੱਕ ਮੈਨੂੰ ਮਨਦੀਪ ਸਿੱਧੂ ਤੇ ਅੰਮ੍ਰਿਤਪਾਲ ਨੇ ਦੂਰ ਰੱਖਿਆ, ਸੱਚ ਤੋਂ ਦੂਰ ਰੱਖਿਆ। ਕਹਿੰਦੇ ਦੀਪ ਸਿੱਧੂ ਸ਼ਹੀਦ ਨਹੀਂ ਹੈਗਾ, ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ, ਉਹ ਐਕਸੀਡੈਂਟਲ ਮੌਤ ਸੀ, ਸ਼ਹੀਦੀ ਦੇ ਨਾਮ ਤੇ ਪੈਸੇ ਕਮਾਉਣ ਦਾ ਕੰਮ ਹੋ ਰਿਹਾ। ਨਹੀਂ ਦੇਖੋ, ਹੁਣ ਜੇ ਮੈਂ ਤੁਹਾਨੂੰ ਉਹਦੇ ਤੇ ਗੱਲ ਤੇ ਆਉਣਾਗਾ, ਸ਼ਹੀਦ ਜਿਹੜਾ ਜਾਂ ਯੋਧੇ ਜਿਹੜੇ ਹੁੰਦੇ ਆ ਕੌਮ ਦੇ, ਉਹਨਾਂ ਨੂੰ ਕੌਮ ਤੇ ਪੰਥ ਹੀ ਨਵਾਜਦੀ ਹੈਗੀ। ਕੋਈ ਇੰਨੇ ਲੋਕਾਂ ਰੋਜ਼ ਮਰਦੇ ਹੈਗੇ, ਫਿਰ ਤਾਂ ਹਰੇਕ ਉੱਠ ਕੇ ਕਹਦਾ ਕਰੂ ਵੀ ਸਾਡੇ ਵਾਲੇ ਨੂੰ ਸ਼ਹੀਦ ਕਿਉਂ ਨਹੀਂ ਕਹਿੰਦੇ ਤੁਸੀਂ। ਜਿਹੜਾ ਇਹ ਤਾਜ ਹੁੰਦਾ ਇਹ ਪੰਥ ਨਵਾਜਦਾ ਗਾ ਕਿਸੇ ਨੂੰ। ਤੇ ਇਹ ਚੀਜ਼ਾਂ ਅਸੀਂ ਵੀ ਇਹ ਕਹਿੰਦੇ ਵੀ ਅਸੀਂ ਪਰਿਵਾਰ ਨੇ ਥੋੜੀ ਕਹੀਆਂ, ਇਹ ਤਾਂ ਪੰਥ ਨੇ ਦਿੱਤੀਆਂ ਗਈਆਂ। ਤੇ ਪੰਥ ਜੋ ਵੀ ਬਾਈ ਨੂੰ ਅਹੁਦਾ ਦਊਗਾ ਉਹਦੇ ਨਾਮ ਤੇ, ਚਾਹੇ ਸ਼ਹੀਦ ਦੇਣ ਚਾਹੇ ਉਹਨੂੰ ਯੋਧਾ ਕਹਿਣ, ਸਾਨੂੰ ਉਹ ਸਿਰ ਮੱਥੇ ਹੈਗਾ, ਅਸੀਂ ਉਹ ਮੰਨਾਂਗੇ। ਤੇ ਕਿਸੇ, ਮੈਂ ਇਹੀ ਫਿਰ ਕਹੂੰਗਾ ਵੀ ਕਿਸੇ ਇੰਡੀਵਿਜੂਅਲ ਦੇ ਕਹਿਣ ਤੇ ਨਹੀਂ ਇਹ ਦਿੱਤਾ ਜਾਂਦਾ ਤੇ ਕਿਸੇ ਇੰਡੀਵਿਜੂਅਲ ਦੇ ਕਹਿਣ ਤੇ ਨਹੀਂ ਇਹ ਖੋਇਆ ਜਾਂਦਾ। ਕਿ ਮਨਦੀਪ ਸਿੱਧੂ ਨੇ ਰੀਨਾ ਰਾਏ ਨੂੰ ਚੁੱਪ ਕਰਾਇਆ ਕਿ ਤੂੰ ਨਾ ਸੱਚ ਬੋਲ, ਤੂੰ USA ਨਿਕਲ ਜਾ? ਨਹੀਂ, ਮੇਰੇ ਨਾਲ ਉਹਦੀ ਅੱਜ ਤੱਕ ਗੱਲ ਹੀ ਨਹੀਂ ਹੋਈਗੀ, ਨਾ ਪਹਿਲਾਂ ਹੋਈ ਆ। ਫਿਲਮ ਬਾਬਤ ਕਦੇ ਗੱਲ ਹੋਈ ਹੋਵੇ ਤਾਂ ਕੀ ਕਹਿਣਾ, ਕਿਉਂਕਿ ਜਿਹੜਾ ਫਿਲਮਾਂ ਦਾ ਸਾਰਾ ਹੋਲਡ ਸੀਗਾ ਉਹ ਮੇਰੇ ਕੋਲੇ ਹੁੰਦਾ ਸੀਗਾ, ਤੇ ਉਹ ਇਸ ਦੇ ਬਾਬਤ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਹੀ ਨਹੀਂ ਹੋਈ। ਪਰ ਉਹ ਤਾਂ ਕਹਿੰਦੇ ਤੁਹਾਡੇ ਪਰਿਵਾਰ ਦੇ ਵਿੱਚ ਵਿਚਰਦੇ ਸੀਗੇ, ਤੁਹਾਡੇ ਕੋਲ ਰਹਿ ਕੇ ਵੀ ਆਏ ਨੇਗੇ, ਔਰ ਵੈਲੈਂਟਾਈਨ ਦੇ ਦਿਨ ਜਿਹੜੇ ਨੂੰ ਇਕੱਠੇ ਸੀਗੇ, ਇਹਨਾਂ ਸਾਰਾ ਕੁਝ ਹੁੰਦਾ ਸੀ। ਤੇ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ ਕਿ ਉਹਨਾਂ ਦਾ ਕੋਈ ਰਿਲੇਸ਼ਨ ਸੀਗਾ ਹੀ ਨਹੀਂ? ਨਹੀਂ, ਮੈਂ ਰਿਲੇਸ਼ਨ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਦੋਸਤੀ ਸੀਗੀ, ਬਾਕੀ ਵਿਚਰਦੇ ਸੀ, ਪਰਿਵਾਰ ਨਾਲ ਨਹੀਂ ਵਿਚਰੀ ਗਈ ਉਹ। ਠੀਕ ਆ, ਜਦੋਂ ਜਿਵੇਂ ਹੁਣ ਲੁਧਿਆਣਾ ਬੇਸ ਸੀਗਾ, ਜਦੋਂ ਪ੍ਰਮੋਸ਼ਨ, ਫਿਲਮ ਦੀ ਪ੍ਰਮੋਸ਼ਨ ਵੇਲੇ ਆਉਂਦੇ ਸੀ, ਆਉਂਦੇ ਆ ਸਾਰੇ ਯੂਨਿਟ ਹੀ ਆਉਂਦਾ ਸੀਗਾ, ਕੱਲੀ ਇਹ ਥੋੜੀ ਆਈ ਹੈਗੀ, ਸਾਰੀ ਟੀਮ ਦੇ ਨਾਲ ਆਈ ਹੈਗੀ। ਉਹ ਇਹ ਚੀਜ਼ਾਂ ਨੂੰ ਹੁਣ ਜੇ ਤੁਸੀਂ ਆਪਦੇ ਪਰਸਨਲ ਬੈਨੀਫਿਟਸ ਲਈ ਹੁਣ ਦੀਪ ਨੂੰ ਡਿਫੇਮ ਕਰਨ ਲਈ ਇਹ ਗੱਲਾਂ ਕਰੀ ਚੱਲੋ ਤਾਂ ਉਹਦਾ ਤਾਂ ਕੋਈ ਹਰਜ ਨਹੀਂ ਨਾ। ਦੂਜੀ ਗੱਲ ਵੀ ਮੈਂ ਉਹਨੂੰ ਕਿਉਂ ਭੇਜੂੰਗਾ ਇੱਥੋਂ, ਇਹ ਗੱਲ ਸੁਣੋ। ਉਦੋਂ ਮੇਰੀ ਤੁਸੀਂ ਕੰਡੀਸ਼ਨ, ਤੁਸੀਂ ਆਪ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਦੇ ਘਰ ਇਨਸੀਡੈਂਟ ਹੋ ਜਾਂਦਾ ਉਦੋਂ ਉਹ ਕਾਪੀ ਪੈਨਸਲ ਲੈ ਕੇ ਥੋੜੀ ਆਪਾਂ ਦੇਖੀਦੇ ਹੈਗੇ ਵੀ ਕਿਹਨੂੰ ਆਪਾਂ ਬੁਲਾਉਣਾ ਤੇ ਕਿਹਨੂੰ ਆਪਾਂ ਨਹੀਂ ਬੁਲਾਉਣਾਗਾ। ਇਹ ਚੀਜ਼ਾਂ ਉਦੋਂ ਮੈਂ ਕੰਡੀਸ਼ਨ 'ਚ ਸੀ, ਜਿਹਦੇ ਕਿਸੇ ਦੇ ਪਰਿਵਾਰ 'ਚ ਕੋਈ ਇਨਸੀਡੈਂਟ ਹੁੰਦਾ ਕਿ ਉਹ ਇਸ ਕੰਡੀਸ਼ਨ 'ਚ ਹੁੰਦਾਗਾ ਵੀ ਇਹ ਸਾਰਾ ਕੁਝ ਕਰ ਲੇ। ਮੈਂ ਤਾਂ ਨਹੀਂ ਸੀਗਾ, ਮੇਰੇ ਤਾਂ ਸਾਰਾ ਕੁਝ ਦੀਪ ਬਾਈ ਸੀਗਾ। ਉਹੀ ਜਦੋਂ ਸਾਡੇ ਵਿੱਚ ਨਹੀਂ ਰਿਹਾ, ਜਦੋਂ ਉਹਨੂੰ ਹੀ ਮੈਂ ਐਡਾ ਇਨਸੀਡੈਂਟ ਮੈਂ ਨਹੀਂ ਚੱਲ ਸਕਿਆ ਜੀ, ਤੇ ਨਾ ਮੈਂ ਉਹਨੂੰ ਇਸ ਚੀਜ਼ ਕਿਹਾ। ਮੈਂ ਅੱਜ ਇਹ ਵੀ ਕਹਿਣਾਗਾ ਵੀ ਮੇਰੀ ਉਹਦੇ ਨਾਲ ਕਦੇ ਗੱਲ ਨਹੀਂ ਹੋਈ ਵੀ ਇਸ ਬਾਬਤ ਵੀ ਤੂੰ ਜਾ ਜਾਂ ਇੱਥੇ ਰਹਿ। ਪਰ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਟੱਚ ਦੇ ਵਿੱਚ ਸੀਗੇ, ਕੁਝ ਚੈਟਸ ਵੀ ਦਿਖਾਉਂਦੇ ਨੇਗੇ, ਕਹਿੰਦੇ ਮਨਦੀਪ ਸਿੱਧੂ ਵਗੈਰਾ ਨੇ ਕਿਹਾ ਸੀ ਕਿ ਤੂੰ ਹਲੇ ਨਿਕਲ ਜਾ, ਤੇਰੇ ਤੇ ਬਲੇਮਸ ਬੜੇ ਲੱਗ ਰਹੇ ਨੇਗੇ, ਤੈਨੂੰ ਗੱਦਾਰ ਵੀ ਕਿਹਾ ਜਾ ਰਿਹਾ ਕਿਉਂਕਿ ਤੂੰ ਸਮੇਂ ਇਨਸੀਡੈਂਟ ਦੇ ਵਿੱਚ ਨਾਲ ਸੀਗੀ, ਤੇਰੇ ਤੇ ਏਜੰਸੀਆਂ ਦੇ ਵੀ ਬਲੇਮ ਲੱਗ ਰਹੇ ਨੇਗੇ, ਤੂੰ USA ਨਿਕਲ ਜਾ, ਅਸੀਂ ਜਦੋਂ ਥੋੜਾ ਜਿਹਾ ਮਾਮਲਾ ਠੰਡਾ ਹੋ ਜਾਵੇਗਾ ਤੇ ਅਸੀਂ ਜਿਹੜੇ ਆ ਉਹ ਸਾਰੀ ਚੀਜ਼ਾਂ ਕਲੀਅਰ ਕਰਾਂਗੇ, ਜਿਹੜੇ ਦੀਪ ਨੂੰ ਚਾਹੁਣ ਵਾਲੇ ਨੇਗੇ ਉਸ ਦੇ ਅੱਗੇ ਸਾਰੀ ਚੀਜ਼ਾਂ ਕਲੀਅਰ ਕਰਨਗੇ। ਇਹ ਚੀਜ਼ਾਂ ਸੀਗੀਆਂ, ਇਹ ਚੀਜ਼ਾਂ ਗੱਲਬਾਤ ਹੋਈਆਂ? ਦੇਖੋ, ਇਹ ਚੀਜ਼ ਦਾ ਹੁਣ ਪਹਿਲਾਂ ਤਾਂ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮਨਦੀਪ ਨੇ ਭੇਜਿਆ ਸੀ ਕਿ ਅੰਮ੍ਰਿਤਪਾਲ ਨੇ ਭੇਜਿਆ ਸੀਗਾ। ਉਹ ਇਹ ਚੀਜ਼ਾਂ 'ਚੋਂ ਆਪ ਹੀ ਆਪਦੀਆਂ ਹੀ ਇੱਕ ਤੋਂ ਇੱਕ ਨਵੀਂ ਸਟੇਟਮੈਂਟ ਰੋਜ਼ ਸਾਹਮਣੇ ਆ ਰਹੀ ਆ ਉਹਦੀ। ਤੇ ਦੂਜੀ ਗੱਲ, ਜੇ ਉਹਨਾਂ ਦੀ ਕੋਈ ਆਪਸ 'ਚ ਗੱਲ ਵੀ ਸੀਗੀ, ਉਹ ਵੀ ਮੈਨੂੰ ਹੁਣ ਪਤਾ ਲੱਗੀ ਆ, ਜਿਹੜੀ ਕਿ ਉਹਨੇ ਪਰਸੋਂ ਚੌਥੇ ਇੱਕ ਇੰਟਰਵਿਊ ਦਿੱਤੀ ਆ, ਉਸ ਤੋਂ ਪਤਾ ਲੱਗੀ ਆ। ਉਸ ਤੋਂ ਪਹਿਲਾਂ ਮੈਨੂੰ ਵੀ ਨਹੀਂ ਇਹ ਚੀਜ਼ ਐਂ 'ਚ ਸੀ ਵੀ ਉਹਨਾਂ ਦੀ ਆਪਸ 'ਚ ਗੱਲ ਹੁੰਦੀ। ਪਰ ਕੱਲ ਅੰਮ੍ਰਿਤਪਾਲ ਨੇ ਇਹ ਚੀਜ਼ ਮੰਨੀ ਹੈਗੀ ਹੈ ਕਿ ਇਹਨਾਂ ਦਾ ਰਿਲੇਸ਼ਨ ਜਿਹੜਾ ਆਪਸ ਦੇ ਵਿੱਚ ਸੀਗਾ, ਇਸ ਨੂੰ ਕਹਿਣਾ ਜਾਂ ਇਸ ਨੂੰ ਇਗਨੋਰ ਮਾਰਨਾ ਕੋਈ ਸਹੀ ਨਹੀਂ ਹੋਵੇਗਾ, ਕਿਉਂਕਿ ਵਾਕਈ ਰਿਲੇਸ਼ਨ ਇਹਨਾਂ ਦਾ ਆਮਨੇ ਸਾਹਮਣੇ ਸੀਗਾ ਜਾਂ ਇਹਨਾਂ ਦਾ ਆਪਸ ਦੇ ਵਿੱਚ ਸੀਗਾ। ਨਹੀਂ, ਰਿਲੇਸ਼ਨ ਜਿਹੜਾ ਸੀਗਾ, ਦੇਖੋ ਜਿੰਨਾ ਕੁ ਸੀਗਾ ਉਹਨਾਂ ਕੁ ਤਾਂ ਉਸ ਤੋਂ ਤਾਂ ਅਸੀਂ ਵੀ ਨਹੀਂ ਭੱਜਦੇ। ਕਿ ਜਿਹੜੀ ਗੱਲ ਜੇ ਅੰਮ੍ਰਿਤਪਾਲ ਨਾਲ ਕਿਸੇ ਦੀ ਹੋਈ ਹੈ ਤਾਂ ਜਾਂ ਜਿਹੜਾ ਕਰਨ ਵਾਲਾ ਸੀ ਉਹ ਜਦੋਂ ਹੁਣ ਆਪਣੇ ਵਿੱਚ ਹੀ ਨਹੀਂ ਹੈਗਾ ਗਾ, ਜਾਂ ਉਹ ਸੱਚ ਦੱਸ ਸਕਦਾ, ਤਾਂ ਜਾਂ ਜਿਹਦੇ ਨਾਲ ਗੱਲ ਹੋਈ ਆ ਉਹ ਦਾ ਜ਼ਿਕਰ ਕੀਤਾ ਜਾਵੇ ਦੀਪ ਸਿੱਧੂ ਦੀ, ਤੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਰਿਲੇਸ਼ਨ ਠੀਕ ਨਹੀਂ ਸੀਗੇ, ਉਹ ਜਿਹੜੇ ਨੇਗੇ ਸਹੀ ਨਹੀਂ ਸੀਗੇ, ਉਹ ਪੈਸੇ ਦੀ ਲਾਲਚ ਰੱਖਦੇ ਸੀਗੇ, ਟੌਰਚਰ ਵੀ ਕਰ ਰਹੇ ਸੀਗੇ, ਕਈ ਮਾਮਲੇ ਵੀ ਜਿਹੜੇ ਨੇ ਉਹਨਾਂ ਦੇ ਵੱਲੋਂ ਦਰਜ ਦੀਪ ਸਿੱਧੂ ਦੇ ਖਿਲਾਫ ਕਰਾਏ ਗਏ। ਨਹੀਂ, ਇਹੋ ਜਿਹਾ ਕੋਈ ਨਹੀਂਗਾ, ਨਾ ਤਾਂ ਕੋਈ ਮਾਮਲੇ ਕਿਸੇ ਪ੍ਰਕਾਰ ਦੇ ਦਰਜ ਆ, ਨਾ ਕੋਈ ਰਿਲੇਸ਼ਨ ਖਰਾਬ ਸੀ। ਉਹ ਬੰਬੇ ਇੱਕੋ ਹੀ ਘਰ 'ਚ ਉੱਥੇ ਹੀ ਰਹਿੰਦੇ ਸੀ, ਉੱਥੋਂ ਹੀ ਬਾਈ ਜਿੱਦਣ ਮਾਨ ਸਾਹਿਬ ਦੀ ਕੰਪੇਨ ਤੇ ਆਇਆ ਉੱਥੋਂ ਹੀ ਆਇਆ ਸੀ, ਤੇ ਭਾਬੀ ਵੀ ਜਦੋਂ ਸਾਡੇ 15 ਨੂੰ ਇਨਸੀਡੈਂਟ ਹੁੰਦਾ ਤਾਂ ਉੱਥੋਂ ਹੀ ਆਉਂਦੇ ਆ ਜੀ। ਕਹਿੰਦੇ ਕੋਈ ਗੋਲੀ ਨਹੀਂ ਲੱਗੀ ਸੀਗੀ, ਤੁਸੀਂ ਹੁਣੇ ਨਾਮ ਲਿੱਤਾ ਸਿਮਰਨਜੀਤ ਸਿੰਘ ਮਾਨ ਦਾ, ਉਹ ਕਹਿੰਦੇ ਕੋਈ ਗੋਲੀ ਨਹੀਂ ਲੱਗੀ ਸੀਗੀ। ਸਿਮਰਨਜੀਤ ਸਿੰਘ ਮਾਨ ਕਹਿੰਦੇ ਗੋਲੀ ਲੱਗੀ ਸੀ ਮੱਥੇ ਦੇ ਵਿੱਚ, ਲੇਕਿਨ ਉਹ ਕਹਿੰਦੇ ਕੋਈ ਗੋਲੀ ਨਹੀਂ ਲੱਗੀ ਸੀ, ਬਲਕਿ ਉੱਪਰ ਛੱਤ ਜਿਹੜੀ ਉਹ ਸਿਰ ਦੇ ਵਿੱਚ ਵੱਜੀ ਸੀ, ਜਿਸ ਦੇ ਕਰਕੇ ਉਹ ਘਾਇਲ ਹੋ ਗਏ ਸੀ। ਨਹੀਂ ਦੇਖੋ, ਗੋਲੀ ਵਾਲਾ ਇਨਸੀਡੈਂਟ ਤਾਂ ਮੈਂ ਕਹਿੰਦਾ ਜੀ ਮੈਨੂੰ ਵੀ ਨਹੀਂ ਲੱਗਦਾਗਾ, ਬਾਕੀ ਹਜੇ ਇਨਵੈਸਟੀਗੇਸ਼ਨ ਪੈਂਡਿੰਗ ਹੈਗੀ। ਤੇ ਮਾਨ ਸਾਹਿਬ ਨੂੰ ਵੀ ਇਹ ਚਾਹੀਦਾ ਹੈਗਾ ਵੀ ਜਦੋਂ ਆਪਾਂ, ਉਹਨਾਂ ਨੇ ਐਡੀ ਗੱਲ ਸਟੇਟਮੈਂਟ ਸਟੇਜ ਤੋਂ ਦਿੱਤੀਆਂ ਗਈਆਂ, ਮੈਂ UN ਤੋਂ ਇਨਕੁਆਇਰੀ ਕਰਾ ਦੂੰ, ਹੋਰ ਕਰਾ ਦੂੰਗਾ, ਪਰ ਉਹ ਇਸ ਚੀਜ਼ ਤੇ ਕਦੇ ਆਏ ਨਹੀਂ ਗੇ। ਮੈਂ ਵੀ ਉਹਨਾਂ ਨੂੰ 2-3 ਵਾਰੀ ਕੋਸ਼ਿਸ਼ ਕੀਤੀ ਹੈ ਮਿਲਣ ਦੀ, ਪਰ ਆਈ ਫੇਲਡ ਟੂ ਮੀਟ them। ਸਿਮਰਨਜੀਤ ਸਿੰਘ ਮਾਨ ਨੂੰ ਹਾਂਜੀ, ਤੁਸੀਂ ਮਿਲੇ ਸੀਗੇ ਕਿ ਇਸ ਨੂੰ ਲੈ ਕੇ ਕਿ ਗੋਲੀ ਵਾਲਾ ਸਟੇਟਮੈਂਟ ਕਿਉਂ ਦਿੱਤਾ ਜਾ ਰਿਹਾ ਜਾਂ ਮੈਂ ਨਹੀਂ ਇਸ ਰਿਲੇਟਡ ਨਹੀਂ, ਮੈਂ ਉਹਨਾਂ ਨੂੰ ਵੈਸੇ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਮੈਨੂੰ ਹੀ ਨਹੀਂ ਅੱਜ ਤੱਕ ਮਿਲੇਗੇ। ਜਿਨ੍ਹਾਂ ਦੇ ਬੇਸ ਤੇ ਸਾਰਾ ਕੁਝ ਹੋਇਆ ਕਿ ਜੇ ਮੈਨੂੰ ਹੀ ਨਹੀਂ ਅੱਜ ਤੱਕ ਮਿਲੇ ਤਾਂ ਮੈਂ ਹੁਣ ਅੱਗੇ ਕੀ ਦੱਸ ਸਕਦਾਗਾ।
ਇਸ ਦਾ ਕਾਰਨ ਕੀ ਸਮਝਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਪਿੱਛੇ ਹਟ ਗਏ ਨੇ? ਕਿਉਂਕਿ ਇਸ ਤੇ ਇਹ ਵੀ ਸਵਾਲ ਹੈਗਾ ਕਿ ਸਿਮਰਨਜੀਤ ਸਿੰਘ ਮਾਨ ਨੇ, ਮਨਦੀਪ ਸਿੱਧੂ ਨੇ, ਅੰਮ੍ਰਿਤਪਾਲ ਨੇ ਦੀਪ ਸਿੱਧੂ ਦੀ ਉੱਪਰ ਰੋਟੀਆਂ ਸੇਕ ਰਹੇ ਨੇ ਕਿ ਉਸ ਦੇ ਨਾਮ ਦੀ ਰੋਟੀਆਂ ਸੇਕ ਰਹੇ ਨੇ, ਉਹਨੂੰ ਸ਼ਹੀਦ ਦਾ ਦਰਜਾ ਦੇ ਕੇ ਪੈਸੇ ਕਮਾਉਣ ਦਾ ਜ਼ਿਕਰ ਵੀ ਜਿਹੜਾ ਉਹ ਸਾਹਮਣੇ ਆਇਆ। ਨਹੀਂ ਦੇਖੋ, ਕੀ ਪੈਸੇ ਕਮਾਉਣ ਦਾ ਜ਼ਿਕਰ ਕਰ ਲਾਂਗੇ ਆਪਾਂ। ਹੁਣ ਮਾਨ ਸਾਹਿਬ ਦੀ ਗੱਲ ਆ, ਮਾਨ ਸਾਹਿਬ ਨੇ ਆਪਦੀ ਇਲੈਕਸ਼ਨ ਲੜੀ ਹੈਗੀ, ਪਰ ਉਸ ਦੇ ਜਿਹੜੀ ਗੱਲ ਕਰ ਗਏ ਵੀ ਮੈਂ UN ਤੋਂ ਇਨਕੁਆਇਰੀ ਕਰਾਊਂਗਾ, ਪਰ ਕਦੇ ਸਾਨੂੰ ਹੀ ਨਹੀਂ ਮਿਲੇ ਅੱਜ ਤੱਕ ਆ ਕੇ ਜੀ। ਤੇ ਦੂਸਰੀ ਗੱਲ, ਕੀ ਉਹਦੇ ਕਰਨ ਨੂੰ ਚਾਹੁੰਦੇ ਹੈਗੇ ਆਪਾਂ, ਕਿਵੇਂ, ਕੌਣ ਪੈਸੇ ਦਿੰਦਾਗਾ, ਕੀ ਕਰਦਾ? ਫਿਰ ਜਾਂ ਤਾਂ ਉਹਨੂੰ ਪਤਾ ਹੋਊਗਾ ਵੀ ਕਿੱਥੋਂ ਪੈਸੇ ਆਉਂਦੇ ਹੈਗੇ, ਤਾਂ ਫਿਰ ਉਹ ਤੋਂ ਇਹ ਵੀ ਗੱਲ ਪੁੱਛ ਲਓ। ਦੇਖੋ, ਮੀਡੀਆ ਇੱਕ ਬਹੁਤ ਅਹਿਮ ਭੂਮਿਕਾ ਆਪਣੇ ਦੇਸ਼ 'ਚ ਨਿਭਾਉਂਦਾ ਹੈ, 4th ਪਿਲਰ ਕਿਹਾ ਜਾਂਦਾ ਇਹਨੂੰ। ਤੇ ਮੀਡੀਆ ਉਹਨੂੰ ਇਹ ਚੀਜ਼ ਸਵਾਲ ਪੁੱਛ ਸਕਦਾ ਕਿ ਸਾਨੂੰ ਪੁੱਛਣ ਦੀ ਬਜਾਏ ਉਹਨੂੰ ਪੁੱਛੋ ਵੀ ਕਿੱਥੋਂ ਆਉਂਦੇ ਆ ਭਾਈ, ਤੂੰ ਦੱਸ ਦੇ। ਤੇ ਆਪਣੀਆਂ ਜੇ ਆਪਾਂ ਕਵਾਂਗੇ ਗਵਰਨਮੈਂਟ ਦੀਆਂ ਏਜੰਸੀਜ਼ ਇੰਨੀਆਂ ਜ਼ਿਆਦਾ ਇਸ ਤੇ ਨਿਗਾਹ ਰੱਖਦੀਆਂ ਹੈਗੀਆਂ ਜੇ ਕਿਤੋਂ ਪੈਸੇ ਆਉਂਦੇ ਆ ਜਾਂ ਕਿਵੇਂ ਆਉਂਦੇ ਹੈਗੇ, ਤਾਂ ਉਹ ਤਾਂ ਐਜ਼ ਪਰ ਦਾ ਲਾਅ ਜਿਹੜੀਆਂ ਵੀ ਏਜੰਸੀਜ਼ ਆ ਉਹ ਕਿਉਂ ਛੱਡਣਗੀਆਂ ਇਹ ਚੀਜ਼? ਮਨਦੀਪ ਜੀ, ਤੁਸੀਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੁਣ ਦੇ ਪ੍ਰਧਾਨ, ਹੁਣ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਮਿਲੇ ਹੋ, ਉਸ ਨੂੰ ਲੈ ਕੇ ਚਰਚਾ ਹੋਈ ਹੈ ਕਿ ਤੇਰੀ ਰੀਨਾ ਰਾਏ ਦੇ ਨਾਲ ਕੋਈ ਗੱਲਬਾਤ ਸੀਗੀ ਜਾਂ ਦੀਪ ਸਿੱਧੂ ਤੇ ਰੀਨਾ ਰਾਏ ਦੇ ਵਿਚਕਾਰ ਕੀ ਕੁਝ ਚੱਲ ਰਿਹਾ ਸੀਗਾ, ਜਿਸ ਦੇ ਕਰਕੇ ਹੁਣ ਰੀਨਾ ਰਾਏ 1 ਸਾਲ ਬਾਅਦ ਜਦੋਂ ਮੁੜੀ ਹੈ ਤਾਂ ਸੱਚ ਦੀ ਗੱਲ ਕਰ ਰਹੀ ਹੈ। ਉਹ ਖਾਦੇ ਕਿ ਖਾਸ ਤੌਰ ਤੇ ਮਨਦੀਪ ਸਿੱਧੂ ਦੇ ਨਾਲ ਮੇਰੀ ਘੱਟ ਤੇ ਅੰਮ੍ਰਿਤਪਾਲ ਦੇ ਨਾਲ ਜ਼ਿਆਦਾ ਸੀਗੀ, ਕਿ ਅੰਮ੍ਰਿਤਪਾਲ ਸਾਡੇ ਰਿਲੇਸ਼ਨ ਨੂੰ ਹਰ ਇੱਕ ਚੀਜ਼ ਨੂੰ ਸਮਝਦੇ ਸੀ, ਅਸੀਂ ਮੀਟਿੰਗ ਵੀ ਕਰਦੇ ਸੀ, ਇਹ ਸਾਰੀਆਂ ਚੀਜ਼ਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਸਮਝਦੇ ਸੀ। ਤੁਹਾਡੀ ਕੋਈ ਮੁਲਾਕਾਤ ਹੋਈ ਇਸ ਪੂਰੇ ਮੈਟਰ ਨੂੰ ਲੈ ਕੇ ਜਦੋਂ ਤੋਂ ਰੀਨਾ ਰਾਏ ਵਾਪਸ ਆਏ? ਨਹੀਂ, ਮੇਰੀ ਅੰਮ੍ਰਿਤਪਾਲ ਨਾਲ ਕਦੇ ਕੋਈ ਮਾਮਲੇ 'ਚ ਮੀਟਿੰਗ ਨਹੀਂ ਹੋਈ, ਨਾ ਸਾਡੀ ਕੋਈ ਇਸ ਬਾਰੇ ਗੱਲ ਹੋਈ ਹੈਗੀ। ਦੇਖੋ, ਉਹਨੇ ਤਾਂ ਆਪ ਹੀ ਕਹਿੰਦੀ ਹੈਗੀ, ਜਿਵੇਂ ਮੈਂ ਵੀ ਜਿੰਨੀ ਕੁ ਸੁਣੀ ਹੈ ਗੱਲ, ਵੀ ਮੇਰੀ ਮਨਦੀਪ ਨਾਲ ਗੱਲ ਨਹੀਂ ਹੋਈ, ਮੈਂ ਉਹਨੂੰ 1-2 ਮੈਸੇਜ ਕੀਤੇ। ਹਾਂ, ਉਹਨੇ ਮੈਨੂੰ 2-3 ਮੈਸੇਜ ਕੀਤੇ ਸੀ ਕਿ ਮੈਂ ਨਹੀਂ ਰਿਪਲਾਈ ਕੀਤਾ ਹੈਗਾ 4-5 ਦਿਨਾਂ ਬਾਅਦ। ਪਰ ਜੇ ਆਪਾਂ ਕਹਿ ਲਈਏ ਵੀ ਬੰਦਾ ਇੱਕ ਪਾਸੇ ਤਾਂ ਇੰਨਾ ਕਲੋਜ਼ ਕਹਿੰਦਾ ਤੇ ਦੂਜੇ ਪਾਸੇ ਛੱਡ ਕੇ ਤੇ ਜਹਾਜ਼ ਚੜ੍ਹਨ ਦੀ ਹਿੰਮਤ ਕਿਵੇਂ ਹੋ ਗਈ ਹੈਗੀ? ਕਿ ਜੇ ਆਪਾਂ ਕਹੀਏ ਵੀ ਫਿਰ ਆਪਾਂ ਨੂੰ ਕਿਸ ਚੀਜ਼ ਦਾ ਡਰ ਰਹਿ ਗਿਆ ਸੀ? ਜੇ ਇੱਕ ਪਾਸੇ ਜਾਣਾ ਤਾਂ ਦੂਜੇ ਪਾਸੇ ਡਰ ਹੋ ਗਿਆ। ਤੇ ਜਿਹੜੇ ਉਦਣ ਇੱਥੇ ਤੁਸੀਂ ਦੇਖ ਲਓ ਵੀ ਪੈਰ ਧਰਨ ਨੂੰ ਥਾਂ ਨਹੀਂ ਸੀਗਾ ਇੱਥੋਂ, ਤੇ ਨਾਲ ਹੀ ਪਿੰਡ ਤਰੀਕੇ ਦਾ ਜਿਹੜੀ ਉਹ ਜਗ੍ਹਾ ਜਿੱਥੇ ਬਾਈ ਦੇ ਲਾਸਟ ਰਾਈਟਸ ਹੋਏ ਆ, ਉੱਥੇ ਵੀ ਕੋਈ ਪੈਰ ਧਰਨ ਨੂੰ ਥਾਂ ਨਹੀਂ ਸੀ। ਉੱਥੋਂ ਤੱਕ ਉਹ ਸਾਰੇ ਲੋਕ ਮੈਂ ਸੱਦੇ ਥੋੜੀ ਸੀ, ਸਾਰੀ ਸੰਗਤ ਸੱਦੀ ਥੋੜੀ ਸੀ। ਜੇ ਆਪਾਂ ਗੱਲ ਕਰੀਏ ਭੋਗ ਦੀ, ਟੋਡਰਮਲ ਹਾਲ ਦੀ, ਉੱਥੇ ਵੀ ਫਤਿਹਗੜ੍ਹ ਸਾਹਿਬ ਉੱਥੇ ਵੀ ਨਹੀਂ ਜਗ੍ਹਾ ਸੀਗੀ। ਤਾਂ ਉਸ ਜਿਹੜੇ ਇਹੋ ਜਿਹੇ ਹੁੰਦੇ ਆ ਨਾ, ਉਦੋਂ ਕੋਈ ਸਾਦਾ ਨਹੀਂ ਹੁੰਦਾਗਾ, ਨਾ ਸੰਸਕਾਰ ਤੇ ਸਾਦਾ ਤੇ ਨਾ ਭੋਗਾਂ ਤੇ ਸਾਦਾ ਹੁੰਦਾਗਾ, ਨਾ ਬਰਸੀਆਂ ਤੇ ਸੱਦੇ ਜਾਂਦੇ ਹੁੰਦੇ। ਉਹ ਆਪ ਮੁਹਾਰੇ ਜਿਹਨੂੰ ਪਿਆਰ ਹੁੰਦਾ ਉਹ ਆਪ ਆ ਜਾਂਦਾ ਹੁੰਦਾ। ਤੇ ਉਹਨੇ ਇਹੋ ਜਿਹੀ ਕੀ ਇਨਸਿਕਿਉਰਿਟੀ ਫੀਲ ਕੀਤੀ ਵੀ ਉਹਨੂੰ ਇੰਡੀਆ ਤੋਂ ਹੀ ਬਾਹਰ ਜਾਣਾ ਪੈ ਗਿਆ। ਇਹ ਜੇ ਆਪਾਂ ਕਹੀਏ ਇੰਟਰਨੈਸ਼ਨਲ ਫਲਾਈਟ ਆ, ਕੋਈ ਡੋਮੈਸਟਿਕ ਫਲਾਈਟ ਤਾਂ ਹੈ ਨਹੀਂ ਸੀ ਵੀ, ਜਾਂ ਕੋਈ ਬੱਸ ਦੀ ਟਿਕਟ ਤਾਂ ਹੈ ਨਹੀਂ ਸੀ ਵੀ ਬੱਸ 'ਚ ਬਹਿ ਕੇ ਟਿਕਟ ਲਈ ਤੇ ਚਲੇ ਗਏ। ਤੁਹਾਡੇ ਕੋਲ ਮੈਸੇਜ ਕੀ ਆਇਆ ਸੀ? ਤੁਸੀਂ ਕਹਿੰਦੇ ਮੈਸੇਜ ਆਏ ਸੀਗੇ ਮੇਰੇ ਕੋਲ, ਉਸ ਦੇ ਉੱਪਰ ਮੈਂ ਰਿਪਲਾਈ ਨਹੀਂ ਕੀਤਾ। ਉਹ ਮੈਸੇਜ ਕੀ ਸੀ? ਉਹਦਾ ਮੈਸੇਜ ਤਾਂ ਨਾਰਮਲ ਮੈਸੇਜ ਸੀਗੇ ਵੀ ਆਈ ਐਮ ਬ੍ਰੋਕਨ ਤੇ ਮੇਰੇ ਨਾਲ ਖੜੋ। ਹੁਣ ਕਿਹੜੀ ਗੱਲ ਤੇ ਖੜੀ ਹੈ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸੱਚ ਦਾ ਸਾਹਮਣਾ ਹੋਣਾ ਚਾਹੀਦਾ ਹੈ ਸਾਹਮਣੇ ਕਿ ਕੀ ਹੋਇਆ ਸੀ ਉਸ ਦਿਨ। ਕਿਹੜਾ ਸੱਚ? ਉਹ ਤੋਂ ਪੁੱਛੋ ਨਾ ਮੀਡੀਆ। ਮੈਂ ਤਾਂ ਤੁਹਾਨੂੰ ਕਹਿੰਦਾ, ਤੁਸੀਂ ਉਹਦੇ ਕੋਲ ਸਵਾਲ ਕਰਨ ਜਾਂਦੇ, ਤੁਸੀਂ ਪੁੱਛੋ ਵੀ ਕਿਹੜਾ ਸਵਾਲ ਕੀਤਾ। ਉਹਨਾਂ ਨੇ ਕਹਿੰਦੇ ਕਿ ਉਹ ਐਕਸੀਡੈਂਟਲ ਸੀਗਾ, ਉਹਨੂੰ ਸ਼ਹੀਦ ਦੇ ਦਰਜੇ ਦੇ ਕੇ ਤੇ ਉਸ ਤੇ ਪੈਸੇ ਦਾ ਜ਼ਿਕਰ ਕੀਤਾ। ਮੈਂ ਤੁਹਾਡੇ ਸਾਹਮਣੇ ਰੋਟੀ ਸੇਕਣ ਦਾ ਜ਼ਿਕਰ ਕੀਤਾ। ਇਹ तमाम ਸਵਾਲ ਮੈਂ ਉਹਨਾਂ ਨੂੰ ਕੀਤੇ ਨੇ, ਤਾਂ ਹੀ ਮੈਂ ਤੁਹਾਨੂੰ ਵੀ ਕਰ ਨਹੀਂ, ਮੈਂ ਉਹੀ ਸ਼ਹੀਦ ਵਾਲੀ ਗੱਲ ਦਾ ਮੈਂ ਤੁਹਾਨੂੰ ਕੀਤਾ ਵੀ ਸ਼ਹੀਦ ਕੌਮ ਜਿਹੜੀ ਹੁੰਦੀ ਆ ਪੰਥ ਨਵਾਜਦਾ ਹੈਗਾ। ਉਹ ਇੰਡੀਵਿਜੂਅਲ ਦੇ ਕਹਿਣ ਤੇ ਨਹੀਂ ਸ਼ਹੀਦ ਹੁੰਦਾ, ਜਾਂ ਉਹ ਕਹੂਗੀ ਵੀ ਸ਼ਹੀਦ ਨਾ ਕਹੋ ਤਾਂ ਪੰਥ ਹਟ ਜੂਗਾ। ਪੰਥ ਨੇ ਆਪਦੇ ਜਿਹੜਾ ਬੰਦਾ ਪੰਥ ਪ੍ਰਤੀ ਜਾਂ ਪੰਜਾਬ ਪ੍ਰਤੀ ਕੁਛ ਕਾਰਜ ਕਰਦਾ, ਉਹਦੇ ਕਰਕੇ ਉਹਨੂੰ ਸਿਹਰਾ ਨਵਾਜਿਆ ਜਾਂਦਾ ਹੈਗਾ। ਤੇ ਉਹ ਬਾਈ ਨੇ ਆਪਦੀ ਜ਼ਿੰਦਗੀ ਪੰਥ ਪ੍ਰਤੀ, ਪੰਜਾਬ ਪ੍ਰਤੀ ਲਾਈ ਆ, ਤਾਂ ਉਹ ਉਹਨੂੰ ਪੰਜਾਬ ਤੇ ਪੰਥ ਨੇ ਪਿਆਰ ਦੇ ਨਾਲ ਨਵਾਜਿਆ। ਇਹ ਜਿਹੜੇ ਉਹਨੂੰ ਅਹੁਦਾ ਦਿੱਤਾ ਗਾ, ਇਹ ਕਿਸੇ ਦੇ ਮੇਰੇ ਕਹਿਣ ਤੇ ਮਿਲਣਾ ਨਹੀਂ, ਮੇਰੇ ਕਹਿਣ ਤੇ ਹਟਣਾ ਨਹੀਂ, ਕਿਸੇ ਹੋਰ ਦੇ ਕਹਿਣ ਤੇ ਵੀ ਇਹ ਮਿਲਣਾ ਨਹੀਂ, ਇਹ ਹਟਣਾ ਨਹੀਂ ਗਾ। ਤੇ ਦੂਜੀ ਗੱਲ, ਇਹ ਤਾਂ ਐਲੀਗੇਸ਼ਨਸ ਲਾਉਣੇ ਬਹੁਤ ਸੌਖੇ ਆ ਵੀ ਇਹ ਜੀ ਪੈਸੇ ਇਕੱਠੇ ਕਰਦੇ ਆ, ਇਹ ਫਾਈਨੈਂਸ਼ੀਅਲੀ ਐਂ ਕਰਕੇ ਕਰਦੇ ਆ। ਉਹਦੇ ਵਾਸਤੇ ਸਾਨੂੰ ਕੀ ਲੋੜ ਪਈ ਹੈਗੀ? ਫੰਡਿੰਗ ਤੇ ਨਹੀਂ ਆਉਂਦੀ ਬਾਹਰੋਂ? ਨਹੀਂ, ਫੰਡਿੰਗ ਕਿਉਂ ਆਊਗੀ? ਕਾਹਦੇ ਵਾਸਤੇ ਸਾਨੂੰ ਚਾਹੀਦੀ? ਕਾਹਦੇ ਵਾਸਤੇ ਆ? ਤੁਸੀਂ ਇਹ ਦੱਸੋ ਨਾ। ਅਸੀਂ ਕੀ ਕਰਨੇ ਹੈਗੇ? ਸਾਡੇ ਕੋਲੇ ਆਪ ਦਾ ਸਾਰਾ ਕੁਝ ਹੈਗਾ ਗਾ, ਜਿੰਨਾ ਸੀਗਾ ਉਨਾ ਹੀ ਅੱਜ ਆ। ਤੇ ਕਿਵੇਂ ਸਾਨੂੰ, ਤੁਸੀਂ ਇਹਨੂੰ ਛੱਡੋ, ਦੂਜੀ ਗੱਲ ਤੇ ਆਓ, ਸਾਨੂੰ ਕਿਵੇਂ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ, ਇੱਕ ਪਾਸੇ ਤਾਂ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਉਹ ਸਾਨੂੰ ਕੀ ਛੱਡ ਦੇਣਗੇ ਇਸ ਗੱਲਾਂ ਤੇ? ਤੁਸੀਂ ਉਹਨਾਂ ਦੀ ਕੀ ਸਾਡੇ ਤੇ ਨਿਗਾਹ ਨਹੀਂ ਹੋਣੀਗੀ? ਕਿ ਕਿਹੜੀ ਏਜੰਸੀ ਨੇ ਨਹੀਂ ਮੈਨੂੰ ਆ ਕੇ ਬਾਈ ਦੇ, ਹੁਣ ਜਦੋਂ ਮੈਂ ਕਹਿੰਨੂੰ ਪਿਛਲੇ 4 ਮਹੀਨਿਆਂ 'ਚ ਕਿਹੜੇ ਨੇ ਨਹੀਂ ਮੈਨੂੰ ਸਵਾਲ ਪੁੱਛੇ? ਕਿ IB ਨੇ ਨਹੀਂ ਪੁੱਛੇ, ਕਿ ਕ੍ਰਾਈਮ ਬ੍ਰਾਂਚ ਨੇ ਨਹੀਂ ਪੁੱਛੇ, ਕਿ ਕਾਊਂਟਰ ਇੰਟੈਲੀਜੈਂਸ ਨੇ ਨਹੀਂ ਪੁੱਛੇ? ਤਾਂ ਉਹ ਇਹ ਗੱਲਾਂ ਛੱਡ ਦੇਣਗੇ? ਜੀ, ਤੁਹਾਡੇ ਨਾਲ ਭਾਈ ਦਾ ਰਿਲੇਸ਼ਨ ਵਧੀਆ ਸੀ ਦੀਪ ਸਿੱਧੂ ਦੇ, ਕਿਉਂਕਿ ਰੀਨਾ ਰਾਏ ਤੋਂ ਮੈਂ ਜਦੋਂ ਇਹ ਸਵਾਲ ਕੀਤਾ ਕਿ ਤੁਹਾਡੀ ਇੰਗੇਜਮੈਂਟ ਨੂੰ ਲੈ ਕੇ ਉਹ ਸਵਾਲ ਕਰਦੇ ਨੇ ਮਨਦੀਪ ਸਿੱਧੂ ਕਿ ਤੁਹਾਡੀ ਇੰਗੇਜਮੈਂਟ ਕਿੱਥੇ ਹੋਈ ਹੈ, ਤੁਹਾਡੇ ਕੋਲ ਪ੍ਰੂਫ ਹੈਗਾ? ਉਹ ਕਹਿੰਦੇ ਕੋਲ ਮੇਰੇ ਕੋਲ ਸਾਰਾ ਪ੍ਰੂਫ ਹੈਗਾ, ਲੇਕਿਨ ਦੀਪ ਸਿੱਧੂ ਕਹਿੰਦੇ ਸੀਗੇ ਕਿ ਸਾਡੀ ਪਰਸਨਲ ਜ਼ਿੰਦਗੀ ਹੈ, ਮੇਰੇ ਪਰਿਵਾਰ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ, ਮੇਰੇ ਪਰਿਵਾਰ ਦੇ ਨਾਲ ਮੇਰੇ ਰਿਲੇਸ਼ਨ ਸਹੀ ਨਹੀਂ ਹੈਗੇ। ਚਲੋ ਇਹ ਗੱਲ ਤਾਂ ਤੁਸੀਂ ਹੁਣ, ਜੇ ਮੈਂ ਕਹੂੰਗਾ ਬਾਈ ਨੂੰ ਜਿੰਨੇ ਚਾਹਣ ਵਾਲੇ ਆ, ਜਿੰਨੇ, ਕੋਈ ਇੱਕ ਬੰਦਾ ਲਿਆਓ ਜਿਹੜਾ ਇਹ ਚੀਜ਼ ਕਹਿ ਦੇ ਬਾਈ ਦੇ। ਜੇ ਮੈਂ ਕਹੂੰਗਾ ਹੁਣ ਹੋਰ ਪਿੱਛੇ ਆਪਾਂ ਚਲੇ ਜਾਈਏ ਦਿੱਲੀ ਮੋੜ 'ਚ, NIA ਦਾ ਨੋਟਿਸ ਮੈਨੂੰ ਕਿਉਂ ਆਉਂਦਾ ਸੀ?
ਕਿਉਂ ਆਇਆ ਸਭ ਤੋਂ ਪਹਿਲਾਂ ਜਿਹੜਾ ਪੰਜਾਬ 'ਚ ਆਇਆ ਉਹ ਮੈਨੂੰ ਨੋਟਿਸ ਆਇਆ ਸੀ। ਬਾਈ ਨੇ ਵੀ ਆਪਦੇ ਪੇਜ ਤੋਂ ਸ਼ੇਅਰ ਕੀਤਾ ਸੀ ਵੀ ਮੇਰੇ ਬ੍ਰਦਰ ਨੂੰ ਨੋਟਿਸ ਕੱਢਿਆ ਗਿਆ। ਉਹ ਇਸ ਕਰਕੇ ਕਿ ਉਹਦੇ ਜਿਹੜੇ ਸਾਰੇ ਫਾਈਨੈਂਸਿਸ ਸੀ ਉਹ ਮੈਂ ਹੈਂਡਲ ਕਰਦਾ, ਸਾਰੀਆਂ ਉਹਦੀਆਂ ਫਿਲਮਾਂ ਸੀ ਉਹ ਮੈਂ ਹੈਂਡਲ ਕਰਦਾ ਸੀ, ਉਹਦਾ ਰੋਜ਼ ਮਰਜ਼ੇ ਜਿਹੜਾ ਵੀ ਉਹਦਾ ਖਰਚਾ ਹੁੰਦਾ ਸੀ ਉਹ ਮੈਂ ਹੈਂਡਲ ਕਰਦਾ ਸੀ, ਉਹ ਮੇਰੇ ਕੋਲੇ ਹੁੰਦਾ। ਬਾਈ ਕਦੇ ਅੱਜ ਤੱਕ ਕੈਸ਼ ਨਹੀਂ ਕੈਰੀ ਕਰਦਾ ਸੀਗਾ ਤੇ ਸਾਡੇ ਰਿਲੇਸ਼ਨ ਖਰਾਬ ਹੋ ਗਏ। ਇਹ ਗੱਲਾਂ ਤਾਂ ਬੋਲਣੀਆਂ ਸੌਖੀਆਂ, ਕਿਵੇਂ ਕਰੋਗੇ? ਮੈਂ ਦੱਸਦਾ ਵੀ ਉਹਦੀਆਂ ਟਿਕਟਸ ਕੀ ਸੀ, ਉਹਦੇ ਸਾਰਾ ਦਿੱਲੀ ਜਿਹੜਾ ਕੇਸ ਹੋਇਆ ਉਹ ਸਾਰਾ ਮੈਂ ਹੈਂਡਲ ਕੀਤਾ ਤੇ ਸਾਡੇ ਰਿਲੇਸ਼ਨ ਖਰਾਬ ਸੀਗੇ ਦਿੱਲੀ। ਉਹਨੂੰ ਹੋਰ ਦੱਸੋ ਇਹ ਗੱਲ ਵੀ ਜਿੱਦਣ ਉਹਨੂੰ 26 ਨੂੰ ਉੱਥੇ ਸਾਰੇ ਕੁਛ ਉਂਗਲਾਂ ਤੇ ਗਿਣ ਕੇ ਬੰਦੇ ਸਾਡੇ ਨਾਲ ਰਹਿ ਗਏ ਸੀਗੇ ਜਿੱਦਣ ਦਿੱਲੀ ਵਾਲਾ 26 ਜਨਵਰੀ ਵਾਲਾ ਇਨਸੀਡੈਂਟ ਹੁੰਦਾ ਗਾ। ਬਾਈ ਨੇ ਉੱਥੇ ਨਿਸ਼ਾਨ ਸਾਹਿਬ ਚਲਾਇਆ ਲਾਲ ਕਿਲੇ ਤੇ ਉਦੋਂ ਬਾਅਦ ਉਹਨੂੰ ਦਿੱਲੀ ਤੋਂ ਲੈ ਕੇ ਆਉਣ ਵਾਲਾ ਵੀ ਮੈਂ ਸੀ ਤੇ ਸਾਡੇ ਰਿਲੇਸ਼ਨ ਖਰਾਬ ਹੋਣਗੇ ਤਾਂ ਮੈਂ ਉਹਨੂੰ ਉਸ ਚੀਜ਼ ਚੋਂ ਲੈ ਕੇ ਆਉਂਗਾ। ਇੱਕ ਚੀਜ਼ ਬੜੀ ਸਮਝਣ ਵਾਲੀ ਹੈ, ਤੁਸੀਂ ਕਹਿੰਦੇ ਹੋ ਮੇਰੀ ਕਰੀਬੀ ਸੀਗੀ, ਭਰਾ ਸੀ, ਦੋਨੋਂ ਇਕੱਠੇ ਹੀ ਸੀਗੇ। ਛੋਟਾ ਭਰਾ ਵੱਡੇ ਭਰਾ ਦਾ ਪਿਆਰ ਹੁੰਦਾ ਹੀ ਹੈ, ਉਹ ਬਚਪਨ ਤੋਂ ਚੱਲਿਆ ਆਉਂਦਾ। ਵਾਰਿਸ ਪੰਜਾਬ ਜਥੇਬੰਦੀ ਦਾ ਜਦੋਂ ਸ਼ੁਰੂਆਤ ਹੁੰਦੀ ਹੈ, ਸੋਚ ਕੀ ਸੀਗੀ ਉਸ ਦੇ ਪਿੱਛੇ ਦੀਪ ਸਿੱਧੂ ਦੀ? ਨਹੀਂ, ਵਾਰਿਸ ਪੰਜਾਬ ਦੀ ਜਿਹੜੀ ਬਾਈ ਦੀ ਸੋਚ ਸੀਗੀ ਜਦੋਂ ਬਾਈ ਨੇ ਸ਼ੁਰੂ ਕੀਤੀ ਆ, ਬਾਈ ਨੇ ਵੱਧ ਅਧਿਕਾਰਾਂ ਦੀ ਹਮੇਸ਼ਾ ਗੱਲ ਕੀਤੀ ਆ, ਫੈਡਰਲ ਸਟਰਕਚਰ ਦੀ ਹਮੇਸ਼ਾ ਗੱਲ ਕਰਦਾ ਸੀਗਾ, ਅਨੰਦਪੁਰ ਸਾਹਿਬ ਜੀ ਦੇ ਮਤੇ ਦੀ ਗੱਲ ਕਰਦਾ ਸੀਗਾ। ਇਹੀ ਚੀਜ਼ਾਂ ਉਹ ਲਾਗੂ ਕਰਨੀਆਂ ਸੀਗੀਆਂ। ਦੇਖੋ ਜਿਹੜੀ ਵੀ ਅੱਜ ਗੱਲਾਂ ਹੋ ਰਹੀਆਂ ਹੈਗੀਆਂ ਵਾਰਿਸ ਪੰਜਾਬ ਜਥੇਬੰਦੀ ਕਰ ਰਹੀ ਹੈ, ਕਰ ਤਾਂ ਉਹੀ ਰਹੀ ਹੈ ਨਾ। ਉਹਦੇ ਕਰਨ ਦਾ ਤਰੀਕਾ, ਗੱਲ ਕਰਨ ਦਾ ਵੱਖ ਹੋ ਸਕਦਾ, ਤੁਹਾਡੇ ਸੁਣਨ ਦਾ ਜਾਂ ਤੁਹਾਡੇ ਸਮਝਣ ਦਾ ਤਰੀਕਾ, ਹਰੇਕ ਦੀ ਆਪਦੀ ਆਈਡੀਓਲੋਜੀ ਹੁੰਦੀ ਆ। ਹਰੇਕ ਕਿਸ ਤਰੀਕੇ ਨਾਲ ਉਸ ਗੱਲ ਨੂੰ ਸਮਝਦਾ ਤੇ ਸੁਣਦਾ ਗਾ। ਮੇਰਾ ਸੁਣਨ ਦਾ ਤਰੀਕਾ ਉਸ ਗੱਲ ਨੂੰ ਹੋਰ ਹੋ ਸਕਦਾ, ਤੁਹਾਡਾ ਹੋਰ ਹੋ ਸਕਦਾ, ਥਰਡ ਪਰਸਨ ਦਾ ਹੋਰ ਹੋ ਸਕਦਾ ਗਾ। ਇਹ ਉਹੀ ਗੱਲ ਆ ਵੀ ਗੱਲ ਇੱਕੋ ਹੀ ਆ, ਉਹ ਸਾਰਿਆਂ ਦੇ ਸੋਚਣ ਦੇ, ਸਮਝਣ ਦੇ ਤੇ ਕਰਨ ਦੇ ਤਰੀਕੇ ਵੱਖ ਹੋ। ਸਿੱਧੂ ਕਹਿੰਦੇ ਸੀਗੇ ਕਿ ਵੱਧ ਅਧਿਕਾਰ ਦਿਵਾਉਣਾ, SYL ਦਾ ਮੁੱਦਾ, ਕਈ ਮੁੱਦੇ ਸੀਗੇ ਪੰਜਾਬ ਦੇ, ਉਹਨੂੰ ਲੈ ਕੇ ਜਾਣਾ। ਕਿ ਖਾਲਿਸਤਾਨ ਦਾ ਵੀ ਮੁੱਦਾ ਸੀਗਾ, ਉਹ ਕਹਿੰਦੇ ਖਾਲਿਸਤਾਨ ਲੈ ਕੇ ਆਉਣਾ, ਖਾਲਿਸਤਾਨ ਬਣਾਉਣਾ। ਦੇਖੋ ਬਾਈ ਨੇ ਵੀ ਖਾਲਿਸਤਾਨ ਦੀ ਗੱਲ ਕੀਤੀ ਹੈ, ਖਾਲਿਸਤਾਨ ਦੀ ਗੱਲ ਕਰਨੀ ਕਿੱਥੇ ਗਲਤ ਆ? ਬਾਈ ਦੀਆਂ ਵੀਡੀਓ ਪਈਆਂ ਹੋਈਆਂ, ਉਹਨੇ ਹਮੇਸ਼ਾ ਖਾਲਿਸਤਾਨ ਦੀ ਜਿੱਥੇ ਗੱਲ ਕੀਤੀ ਆ, ਉਹ 'ਚ ਉਹ ਕਿਹੜਾ ਭੱਜਿਆ ਗਾ? ਤੁਸੀਂ ਮੈਨੂੰ ਆਪ ਦੱਸ ਦਿਓ ਪੰਜਾਬ 'ਚ ਕਿਹੜਾ ਬੰਦਾ ਜਿਹੜਾ ਇਹ ਨਹੀਂ ਕਹਿੰਦਾ ਗਾ ਤੁਸੀਂ ਵੀ ਪੰਜਾਬੀ ਹੋ, ਤੁਸੀਂ ਵੀ ਸਿੱਖ ਹੋ, ਤੁਸੀਂ ਨਹੀਂ ਚਾਹੁੰਦੇ ਵੀ ਖਾਲਿਸਤਾਨ ਬਣੇ? ਕੌਣ ਨਹੀਂ ਚਾਹੁੰਦਾ ਗਾ? ਬਾਈ ਨੇ ਵੀ ਇਹ ਗੱਲ ਕੀਤੀ ਹੈ। ਇਸ ਤੋਂ ਆਪਾਂ ਭੱਜ ਨਹੀਂ ਸਕਦੇ। ਕਿਉਂ? ਜਾਂ ਤਾਂ ਫਿਰ ਕਹਿ ਦਿਓ ਵੀ ਉਹ ਵੀਡੀਓ ਗਲਤ ਆ ਜਿਹੜੀਆਂ ਬਾਈ ਦੀਆਂ ਨੈੱਟ ਤੇ ਪਈਆਂ ਆਈਆਂ ਖਾਲਿਸਤਾਨ ਵਾਲੀਆਂ। ਪਰ ਜਿਸ ਤਰੀਕੇ ਦੇ ਨਾਲ ਵਾਰਿਸ ਪੰਜਾਬ ਦੇ ਨਵੇਂ ਜਿਹੜੇ ਪ੍ਰਧਾਨ ਨੇ, ਨਵੇਂ ਜਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਚਲਾ ਰਹੇ ਨੇਗੇ, ਉਸ ਦੀ ਸੋਚ ਤੋਂ ਤੁਸੀਂ ਤਾਲੁਕ ਰੱਖਦੇ ਹੋ ਕਿ ਉਹ ਵਾਕਈ ਸਹੀ ਚੱਲ ਰਹੇ ਨੇ? ਜੋ ਦੀਪ ਸਿੱਧੂ ਦੀ ਸੋਚ ਸੀਗੀ, ਜੋ ਦੀਪ ਸਿੱਧੂ ਜਿਹੜੇ ਪਾਸੇ ਜਾ ਰਹੇ ਸੀ, ਜਿਸ ਰਾਹ ਤੇ ਸੀਗੇ, ਉਸ ਰਾਹ ਤੇ ਵਾਰਿਸ ਪੰਜਾਬ ਚੱਲ ਰਿਹਾ? ਨਹੀਂ, ਦੇਖੋ ਵਾਰਿਸ ਪੰਜਾਬ ਦੀਆਂ ਦੋ ਜਥੇਬੰਦੀਆਂ ਬਣੀਆਂ ਹੋਈਆਂ ਹੁਣ, ਇੱਕ ਹਰਨੇਕ ਫੌਜੀ ਇੱਕ ਦਾ ਪ੍ਰਧਾਨ ਹੈ ਤੇ ਇੱਕ ਦਾ ਅੰਮ੍ਰਿਤਪਾਲ। ਦੋਨੋਂ ਆਪਦਾ ਕੰਮ ਬਾਖੂਬੀ ਕਰ ਰਹੇ ਆ। ਅੰਮ੍ਰਿਤਪਾਲ ਵਾਲੀ ਜਿਹੜੀ ਹੈਗੀ ਆ ਉਹ ਸਿੱਖੀ ਲਹਿਰ ਨਾਲ ਜੋੜ ਰਹੇ ਆ, ਖਾਲਸਾਈ ਵਹੀਰ ਚਲਾਈ ਹੋਈ ਆ। ਦੂਜੇ ਦੋਨਾਂ ਦੀ ਉੱਥੇ ਕੁਝ ਬੰਦੇ ਆਪਣੇ ਦਿੱਲੀ ਚੰਡੀਗੜ੍ਹ ਮੋਰਚੇ ਤੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਲੱਗਿਆ ਉੱਥੇ ਵੀ ਬੈਠੇ ਆ। ਬਾਈ ਦੀ ਸੋਚ ਵੀ ਇਹੀ ਸੀ, ਪੰਜਾਬ ਪ੍ਰਤੀ, ਪੰਥ ਪ੍ਰਤੀ, ਉਹੀ ਦੋਨੇ ਕਾਰਜ ਕਰ। ਸਿੱਧੂ ਕਿਹਦੇ ਨਾਲ ਨੇ? ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜਾਂ ਦੂਸਰੀ ਜਥੇਬੰਦੀ? ਨਹੀਂ, ਮੈਂ ਦੋਨਾਂ ਨਾਲ ਹੀ ਆ ਜੀ। ਆਪਣਾ ਕਿਸੇ ਨਾਲ ਕੋਈ ਵਖਰੇਵਾਂ ਥੋੜੀ ਆ ਸਾਡਾ, ਸਾਰੇ ਇਕੱਠੇ ਰਲ ਕੇ ਕੰਮ ਕਰ ਰਹੇ ਹੈਗੇ। ਇਹ ਠੀਕ ਆ, ਜਿਵੇਂ ਆਪਾਂ ਪੁਰਾਣੀਆਂ ਗੱਲ ਕਰੀਏ ਆਪਣੇ ਇਤਿਹਾਸ ਦੀਆਂ, ਆਪਣੇ ਸਿੱਖ ਮਿਸਲਾਂ ਹੁੰਦੀਆਂ ਸੀ, ਚੱਲਦੀਆਂ ਵੱਖ-ਵੱਖ ਸੀ, ਪਰ ਕੰਮ ਕਾਜ ਤਾਂ ਪੰਜਾਬ ਦਾ ਤੇ ਪੰਥ ਦਾ ਹੀ ਕਰਦੀਆਂ ਸੀ ਨਾ। ਉਹੀ ਚੀਜ਼ਾਂ ਹੁਣ ਹੋ ਰਹੀਆਂ ਹੈਗੀਆਂ। ਜਿਹੜੇ ਪੰਥਕ ਮਸਲੇ ਦਾ ਜ਼ਿਕਰ ਭਾਈ ਅੰਮ੍ਰਿਤਪਾਲ ਸਿੰਘ ਕਰ ਰਹੇ ਨੇਗੇ, ਜਿੰਨੇ ਦਿਨਾਂ ਤੋਂ ਚੱਲ ਰਿਹਾ, ਜੋ ਅਜਨਾਲੇ ਵਾਲੀ ਘਟਨਾ ਹੁੰਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਉਹ ਘਟਨਾ ਹੋਈ ਹੈ। ਉਸ ਨੂੰ ਲੈ ਕੇ ਹਾਲਾਂਕਿ ਬਹੁਤ ਬਵਾਲ ਵੀ ਜਿਹੜਾ ਮੱਚਿਆ, ਉਸ ਨੂੰ ਲੈ ਕੇ ਸਿਆਸਤ ਵੀ ਗਰਮਾਈ, ਉਸ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਕਿ ਮਾਮਲਾ ਦਰਜ ਕੀਤਾ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਤੇ। ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੈਂ ਜਦੋਂ ਰੀਨਾ ਰਾਏ ਨੂੰ ਲੈ ਕੇ ਉਸ ਨੂੰ ਸਵਾਲ ਕੀਤਾ ਤਾਂ ਉਹ ਕਹਿੰਦੇ ਕਿ ਮੈਂ ਉਹਨਾਂ ਦੇ ਕਰੀਬ ਰਹੀ ਹਾਂ, ਅਗਰ ਅਜਿਹਾ ਕੋਈ ਚੀਜ਼ ਹੁੰਦੀ ਤੇ ਦੀਪ ਸਿੱਧੂ ਨੇ ਬਹੁਤ ਹਰਟ ਹੋਣਾ ਸੀਗਾ। ਨਹੀਂ, ਦੇਖੋ ਜਿਹੜੀ ਉਹ ਗੱਲ ਆਪਾਂ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ, ਉਸ ਤੇ ਮੈਂ ਆਪਦੇ ਆਪ ਨੂੰ ਐਡਾ ਲਾਇਕ ਨਹੀਂ ਸਮਝਦਾ। ਉਹ ਆਪਣੇ ਬਹੁਤ ਜਿਵੇਂ ਆਗੂ ਬੈਠੇ ਹੈਗੇ, ਆਪਣੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬੈਠੇ ਆ, ਉਹਨਾਂ ਨੇ ਇਸ ਚੀਜ਼ ਤੇ ਫੈਸਲਾ ਲੈਣਾ। ਮੈਂ ਇਸ ਚੀਜ਼ ਦੇ ਆਪਦੇ ਆਪ ਨੂੰ ਕਾਬਿਲ ਨਹੀਂ ਸਮਝਦਾ ਵੀ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੋਈ ਫੈਸਲਾ ਲੈ ਸਕਾਂ ਜਾਂ ਕੋਈ ਡਿਸੀਜਨ ਦੇ ਸਕਾਂ। ਤੇ ਬਾਕੀ ਜੇ ਗੱਲ ਆਪਾਂ ਦੀਪ ਦੀ ਕਰੀਏ, ਦੀਪ ਨੇ ਹਮੇਸ਼ਾ ਆਪਣੇ ਗੁਰੂ ਨੂੰ, ਆਪਣੇ ਪੰਥ ਨੂੰ ਉੱਪਰ ਰੱਖ ਕੇ, ਪੰਜਾਬ ਨੂੰ ਉੱਪਰ ਰੱਖ ਕੇ ਗੱਲ ਕਰਦਾ ਸੀਗਾ। ਉਹ ਕਹਿੰਦੇ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਸੀ, ਇਸ ਤਰੀਕੇ ਦੇ ਨਾਲ ਵੀ ਪ੍ਰੈਜ਼ੈਂਟ ਕੀਤਾ ਗਿਆ ਸਭ ਦੇ ਸਾਹਮਣੇ। ਕੀ ਰੀਨਾ ਰਾਏ ਹੁਣ ਏਜੰਸੀਆਂ ਦੇ ਬੰਦੀ ਹੈ ਜੇਕਰ ਤੁਹਾਨੂੰ ਲੱਗ ਰਿਹਾ ਕਿ 1 ਸਾਲ ਬਾਅਦ ਵਾਪਸ ਮੁੜੀ ਹੈ ਔਰ ਸੱਚ ਸਾਹਮਣੇ ਲਿਆਉਣ ਦੀ ਗੱਲ ਹੋ ਰਹੀ ਹੈ? ਦੇਖੋ, ਮੈਂ ਇਹੀ ਗੱਲ ਪਹਿਲਾਂ ਵੀ ਕਹੀ ਹੈਗੀ ਵੀ ਇੱਕ ਆਪਣੇ ਪੰਥ 'ਚ, ਆਪਣੇ ਪੰਜਾਬ 'ਚ ਵੱਖ ਕਰਨ ਵਾਲੀ ਨੀਤੀ ਚੱਲ ਰਹੀ ਆ ਵੀ ਆਪਣਾ ਮੇਨ ਮੁੱਦੇ ਆਪਣੇ ਪੰਥ ਦੇ ਹੋਰ ਆ, ਉਹ ਤੋਂ ਆਪਾਂ ਨੂੰ ਭਟਕਾਇਆ ਜਾ ਰਿਹਾ ਹੈਗਾ।
ਇਹਦਾ ਕਿਸੇ ਪਿੱਛੇ ਇਹਦਾ ਕੋਈ ਪਰਸਨਲ ਮੋਟਿਵ ਵੀ ਹੋ ਸਕਦਾ, ਕੋਈ ਫੇਮ ਲੈਣ ਦੀ ਵੀ ਕੋਸ਼ਿਸ਼ ਕਰ ਸਕਦਾ ਗਾ। ਤੇ ਪੰਥ ਨੂੰ ਇਹੀ ਚਾਹੀਦਾ ਗਾ ਵੀ ਇਹ ਛੋਟੇ-ਮੋਟੇ ਮਸਲਿਆਂ 'ਚੋਂ ਪਾਸੇ ਹੋ ਕੇ ਆਪਾਂ ਨੂੰ ਆਪਣੇ ਮੇਨ ਮੁੱਦੇ ਜਿਹੜੇ ਪੰਥ ਦੇ ਹੈਗੇ ਆ, ਸਭ ਤੋਂ ਪਹਿਲਾਂ ਆਪਣਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਤੇ ਨਾਲ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਮਸਲਾ, ਆਪਾਂ ਨੂੰ ਉਹਨਾਂ ਤੇ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈਗਾ। ਇਹ ਜਿਹੜੇ ਕਿ ਇੱਧਰ ਪੰਥ ਨੂੰ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ ਤੇ ਇਕੱਠਿਆਂ ਹੋ ਕੇ ਕੰਮ ਕਰਨਾ ਚਾਹੀਦਾ। ਪੰਥ ਨੂੰ ਭਟਕਾ ਕੌਣ ਰਿਹਾ? ਰੀਨਾ ਰਾਏ ਭਟਕਾ ਰਹੀ ਹੈ ਜਾਂ ਰੀਨਾ ਰਾਏ ਦੇ ਪਿੱਛੇ ਤੁਸੀਂ ਕਿਹਨੂੰ ਮੰਨਦੇ ਹੋ ਕਿ ਜਿਹੜਾ ਕੋਈ ਹੈਗਾ ਜਿਹੜਾ ਰੀਨਾ ਰਾਏ ਦੇ ਰੂਪ ਦੇ ਵਿੱਚ ਜਾਂ ਰੀਨਾ ਰਾਏ ਦੀ ਛਵੀ ਬਣ ਕੇ ਪਿੱਛੇ ਉਸ ਤਰੀਕੇ ਨਾਲ ਕੰਮ ਕਰਾ ਰਿਹਾ? ਕਿਸੇ ਦੇ ਉੱਪਰ ਸ਼ੱਕ ਜਾਂ ਕਿਸੇ ਦੇ ਉੱਪਰ ਕੋਈ ਇਸ ਤਰੀਕੇ ਦਾ ਨਾਲ ਸੋਚਦੇ ਹੋ ਤੁਸੀਂ ਕੋਈ ਪਿੱਛੇ ਹੈਗਾ? ਨਹੀਂ ਦੇਖੋ, ਕੋਈ ਨਾ ਕੋਈ ਤਾਂ ਉਹਦੇ ਪਿੱਛੇ ਹੈਗਾ ਹੀ ਹੈਗਾ। ਜਿਹੜੀ ਇਹ ਗੱਲਾਂ, ਜੇ ਹੁਣ ਆਪਾਂ ਅੱਜ ਦੀਪ ਦੀ ਸੋਚ ਤੇ ਨੌਜਵਾਨੀ ਨੇ ਹੁਲਾਰਾ ਮਾਰਿਆ ਹੈਗਾ, ਦੀਪ ਨੇ ਉਹ ਖੜੋਤ 30 ਸਾਲਾਂ ਦੀ ਖੜੋਤ ਸੰਤਾਂ ਤੋਂ ਬਾਅਦ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਬਾਅਦ ਉਹ ਤੋੜੀ ਹੈਗੀ, ਪੰਥ ਪ੍ਰਤੀ ਸਾਰਿਆਂ ਨੂੰ ਜਾਗਰੂਕ ਕੀਤਾ ਹੈਗਾ। ਤੇ ਉਸ ਚੀਜ਼ ਤੇ ਅੱਜ ਢਾਹ ਲਾਉਣ ਦੀ ਕੋਸ਼ਿਸ਼ ਤਾਂ ਕਿਤੇ ਨਾ ਕਿਤੇ ਹੋ ਰਹੀ ਹੈ ਨਾ, ਤੇ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਹੱਥ ਕਿਸੇ ਦਾ ਹੈ ਹੀ ਆ। ਕਿਹਦਾ ਮੰਨਦੇ ਹੋ ਤੁਸੀਂ? ਇਹ ਤਾਂ ਹੁਣ ਸਮਾਂ ਆਉਣ ਤੇ ਦੱਸੂ। ਬਾਈ ਵੀ ਕਹਿੰਦਾ ਹੁੰਦਾ ਸੀ ਵੀ ਸਮਾਂ ਬਹੁਤ ਬਲਵਾਨ ਆ, ਸਮੇਂ ਦੇ ਨਾਲ ਤੁਹਾਡੇ ਸਾਹਮਣੇ ਹੀ ਆ ਜਾਣੀ ਹੈ ਜੀ ਇਹ ਚੀਜ਼। ਜਿਹੜਾ 1 ਸਾਲ ਬਾਅਦ ਆਉਣਾ, ਤੁਸੀਂ ਸਮਝਦੇ ਕਿਸ ਚੀਜ਼ ਤਰੀਕੇ ਦੇ ਨਾਲ ਉਸ ਚੀਜ਼ ਨੂੰ, ਸਾਰੀ ਚੀਜ਼ਾਂ ਨੂੰ, ਕਿ 1 ਸਾਲ ਬਾਅਦ ਵਾਪਸ ਆਉਣਾ? ਦੇਖੋ, ਇਹੀ ਚੀਜ਼ ਤਾਂ ਹੈਗੀ ਆ ਵੀ ਆਲ ਆਫ ਅ ਸਡਨ ਕੀ ਹੋ ਗਿਆ ਸੀ ਇਹੋ ਜਿਹਾ ਜਿਹੜਾ ਕਿ ਆ ਕੇ ਇਸ ਚੀਜ਼ ਤੇ ਉਦੋਂ, ਜਦੋਂ ਹੁਣ ਜੇ ਆਪਣੇ ਦੋ ਮਸਲੇ ਹੈਗੇ ਜਿਹੜੇ ਪੰਥਕ ਮਸਲੇ ਮੇਨ ਆਗੇ, ਜੇ ਨੌਜਵਾਨੀ ਉੱਥੇ ਗਈ ਆ ਤਾਂ ਦੀਪ ਦੇ ਮੂੰਹ ਨੂੰ ਗਈ ਆ ਜੀ, ਜਿਹੜੀ ਚੰਡੀਗੜ੍ਹ ਮੋਰਚੇ ਤੇ ਬੈਠੇ ਹੈਗੇ, ਤਾਂ ਉਹਨਾਂ ਨੂੰ ਉਸ ਚੀਜ਼ ਚੋਂ ਡਿਫੇਮ ਕਰਕੇ ਹਟਾਉਣ ਨੂੰ ਵੀ ਤੁਹਾਡੇ ਇਹ ਆਗੂ ਸੀ, ਤੁਸੀਂ ਇਹਨਾਂ ਦੀ ਸੇਧ ਲੈ ਕੇ ਚੱਲਦੇ ਹੋ। ਦੇਖੋ, ਕਿਤੇ ਨਾ ਕਿਤੇ ਤਾਂ ਕੜੀਆਂ ਜੁੜਦੀਆਂ ਹੀ ਆ ਨਾ ਕਿਸੇ ਗੱਲ ਦੀਆਂ। ਹਜੇ ਨਹੀਂ ਕੋਈ ਬੰਦਾ ਸਾਹਮਣੇ ਆਇਆ, ਪਰ ਵਕਤ ਨੇ ਆਪੋ ਉਹ ਬੰਦੇ ਸਾਹਮਣੇ ਲਿਆਉਣੇ ਆ। ਪਰ ਰੀਨਾ ਰਾਏ ਕਹਿੰਦੀ ਸੱਚ ਸਭ ਦੇ ਸਾਹਮਣੇ ਲੈ ਕੇ ਆਉਣਾ, ਭਾਵੇਂ ਮੈਨੂੰ ਅਕਾਲ ਤਖਤ ਸਾਹਿਬ ਬੁਲਾ ਲਓ, ਮੈਂ ਅਕਾਲ ਤਖਤ ਸਾਹਿਬ ਆ ਜਾਊਂਗੀ। ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਕਿਹਾ, ਕਹਿੰਦੇ ਅਕਾਲ ਤਖਤ ਸਾਹਿਬ ਆਉਣ ਦੀ ਲੋੜ ਨਹੀਂ ਹੈ, ਸਾਡੇ ਆਪਸੀ ਮਸਲੇ ਨੇ, ਤੁਹਾਡੇ ਆਪਸੀ ਮਸਲੇ ਨੇ, ਪਰਸਨਲ ਗੱਲ ਹੈ, ਬੈਠ ਕੇ ਗੱਲ ਹੋਵੇਗੀ। ਲੇਕਿਨ ਰੀਨਾ ਰਾਏ ਕਹਿੰਦੇ ਜਨਤਕ ਜਿੱਥੇ ਬੁਲਾਓਗੇ ਮੈਂ ਉੱਥੇ ਆਵਾਂਗੀ, ਜਿਹੜੇ ਸਵਾਲ ਦਾ ਜਵਾਬ ਮੰਗੋਗੇ ਮੈਂ ਜਵਾਬ ਦੇਵਾਂਗੀ, ਉਸ ਘਟਨਾ ਦੇ ਬਾਰੇ ਜਿੰਨਾ ਜਾਣਨਾ ਚਾਹੋਗੇ, ਜਿਹੜੇ ਪ੍ਰੂਫਾਂ ਦੇ ਆਧਾਰ ਤੇ ਮੇਰੇ ਨਾਲ ਗੱਲ ਕਰਨੀ ਹੈ, ਉਸ ਜਿਹੜੇ ਤੱਥਾਂ ਦੇ ਆਧਾਰ ਤੇ ਮੈਂ ਗੱਲ ਕਰਨ ਨੂੰ ਤਿਆਰ। ਨਹੀਂ, ਕਿਹੜੀ ਚੀਜ਼ ਦਾ? ਸ੍ਰੀ ਗੁਰੂ ਅਕਾਲ ਤਖਤ ਸਾਹਿਬ ਦੀ ਜੇ ਆਪਾਂ ਗੱਲ ਕਰੀਏ, ਉਹ ਆਪਣਾ ਬਹੁਤ ਧਾਰਮਿਕ, ਬਹੁਤ ਉੱਚ ਸਥਾਨ ਆ। ਉਹ ਐਂ ਥੋੜੀ ਵੀ ਜਣਾ ਖਾਣਾ ਚੜ੍ਹ ਜਾਓ ਅਕਾਲ ਤਖਤ ਸਾਹਿਬ ਤੇ। ਇਹ ਤਾਂ ਆਪਾਂ ਅਕਾਲ ਤਖਤ ਸਾਹਿਬ ਨੂੰ ਨੀਵੇਂ ਕਰਨ ਵਾਲੀ ਗੱਲ ਕਰੀ ਜਾਂਦੇ ਆ। ਤੇ ਆਪਾਂ ਕੀ ਗੱਲ ਕਰਨਾ ਚਾਹੁੰਦੇ ਆ? ਕੋਈ ਮੁੱਦਾ ਹੈ? ਮੈਂ ਸੱਚ ਦੱਸੂਗੀ, ਉਹਨੇ ਇੱਕੋ ਹੀ ਰੀਲ ਚੜਾਈ ਹੋਈ ਆ, ਮੈਂ ਸੱਚ ਦੱਸੂਗੀ, ਮੈਂ ਸੱਚ, ਕਦੇ ਵੀਡੀਓ ਚ ਆਉਂਦੀ ਆ, ਕਦੇ ਚੈਨਲ। ਉਹ ਕੀ ਸੱਚ ਦੱਸਣਾ? ਕਹਿੰਦੇ ਕਿ ਸ਼ਹੀਦ ਨਹੀਂ ਹੈਗੇ। ਉਹ ਨਹੀਂ, ਸ਼ਹੀਦ ਤਾਂ ਅਸੀਂ ਤਾਂ, ਜਿਹੜਾ ਕੋਈ ਪੰਥ ਨਵਾਜੂਗਾ ਜਾਂ ਉਹਦੇ ਕਹਿਣ ਤੇ ਜਾਂ ਉਹਦੇ ਨਾ ਕਹਿਣ ਤੇ ਤਾਂ ਨਹੀਂ ਉਹ ਹੋਣਾ ਨਾ, ਉਹ ਤਾਂ ਪੰਥ ਨੇ ਨਵਾਜਣਾ। ਉਹ ਤਾਂ ਫਿਰ ਤੁਸੀਂ ਇਹ ਦੇਖੋ ਵੀ ਕਿਹੜਾ ਗੁਰੂ ਘਰ ਆ, ਕਿਹੜਾ ਸਿੱਖ ਨੌਜਵਾਨ ਆ ਜਿਹੜਾ ਉਸ ਤੋਂ ਹੁਲਾਰਿਆ ਨਹੀਂ, ਤੇ ਕਿਹੜੇ ਗੁਰੂ ਘਰ 'ਚ ਬਾਈ ਦੇ ਨਾਮ ਤੇ ਪਾਠ ਨਹੀਂ ਰੱਖਿਆ ਗਿਆ ਹੈਗਾ, ਕਿਹੜੇ ਨੂੰ ਉਹਨੇ ਜਗ੍ਹਾ, ਜੇ ਉਹਨੇ ਆਪਣਾ ਸਾਰਾ ਕੁਝ ਛੱਡ ਕੇ ਪੰਥ ਦੇ ਪ੍ਰਤੀ ਆਪਣਾ ਜੀਵਨ ਗਾਲਤਾ, ਆਪਦੀ ਕਿਹੜੀ ਲਾਈਫ ਛੱਡ ਕੇ ਕਿੱਥੇ ਆ ਗਿਆ। ਹੋਰ ਪੰਥ ਉਦੋਂ ਉੱਤੇ ਕੀ ਮੰਗਦਾ ਉਹ ਤੋਂ? ਉਹਨੇ ਆਪਦਾ ਸਾਰਾ ਕੁਝ ਤਾਂ ਪੰਥ ਤੇ ਵਾਰਤਾ। ਤੇ ਹੁਣ ਇਹ ਪੰਥ ਨਹੀਂ ਨਵਾਜਣਾਗਾ, ਇਹ ਉਹਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਖੜ ਕੇ ਜਾਣ ਨਾਲ ਤਾਂ ਉਹ ਜਿਹੜਾ ਸਿਹਰਾ ਪੰਥ ਨੇ ਦਿੱਤਾ ਉਹ ਤਾਂ ਨਹੀਂ ਕਿਤੇ ਜਾਣਾ ਨਾ। ਇਹ ਚੀਜ਼ 'ਚ ਮੈਂ ਉਹੀ ਕਹਿਣਾ ਵੀ ਇਹ ਆਪਣੇ ਆਪ 'ਚ ਵਰਖੇਵੇਂ ਖੜੇ ਕਰਨ ਵਾਲੀ ਗੱਲ ਆ, ਮੁੱਦੇ ਤੋਂ ਹਟਾਉਣ ਵਾਲੀ ਗੱਲ ਆ। ਇਹੀ ਗੱਲ ਫਿਰ ਉੱਥੇ ਆ ਜਾਂਦੀ ਆ ਵੀ ਮੁੱਦਾ ਤਾਂ ਆਪਣਾ ਕੋਈ ਹੋਰ ਆ, ਆਪਾਂ ਭਟਕਾ ਕੇ ਹੋਰ ਪਾਸੇ ਨੂੰ ਲੈ ਜਾਓ। ਤੇ ਕੀ ਆਪਣੇ ਅਕਾਲ ਤਖਤ ਸਾਹਿਬ ਦਾ ਐਡਾ ਆਪਣਾ ਲੈਵਲ ਆਪਾਂ ਥੱਲੇ ਲਾ ਲਾਂਗੇ ਵੀ ਆਪਾਂ ਹਰੇਕ ਚੀਜ਼ ਚੱਕ ਕੇ ਅਕਾਲ ਤਖਤ ਸਾਹਿਬ ਤੇ ਚੜ੍ਹ ਜਾਓ। ਮਨਦੀਪ ਸਿੱਧੂ ਗੱਲ ਕਿਉਂ ਨਹੀਂ ਕਰਦੇ? ਰੀਨਾ ਰਾਏ ਜਦ ਦੀ ਪੰਜਾਬ ਦੇ ਵਿੱਚ ਆਈ ਹੈ, ਆਪ ਹੀ ਗੱਲ ਕਰ ਲਓ ਅੱਗੇ ਹੋ ਕੇ ਕਿ ਕਿਉਂ ਐਵੇਂ ਬੋਲਿਆ ਜਾ ਰਿਹਾ, ਕਿਉਂ ਸ਼ਹੀਦ ਨਹੀਂ ਮੰਨਦੇ, ਜਾਂ ਕਿਉਂ ਉਸ ਸਮੇਂ ਤੁਸੀਂ ਕਿਹਾ ਜਾ ਰਿਹਾ ਕਿ ਸੱਚ ਨਹੀਂ ਹੈਗਾ ਜੋ ਕਿ ਸਾਹਮਣੇ ਆ ਰਿਹਾ? ਨਹੀਂ, ਮੈਨੂੰ ਕੋਈ ਲੋੜ ਨਹੀਂ ਜੀ ਉਹਦੇ ਨਾਲ ਜਾ ਕੇ ਐਵੇਂ ਗੱਲ ਕਰਨ ਦੀ। ਹੁਣ ਮੈਂ ਆਏ ਤਾਂ ਫਿਰ ਕੱਲ ਨੂੰ ਕੋਈ ਹੋਰ ਉੱਠਿਆ ਆਊਗਾ, ਕਿਹਦੇ ਨਾਲ ਗੱਲਾਂ ਕਰਦਾ, ਫਿਰ ਮੈਨੂੰ ਕੀ ਲੋੜ ਪਈ ਹੈ ਕਿਸੇ ਨੇ ਕਰਨ ਦੀ? ਜਿਹਨੇ ਕਿਸੇ ਨੇ ਆਪਦੀ ਸਫਾਈ ਦੇਣੀ, ਆਪਦੀ ਸਫਾਈ ਦੇ ਸਕਦਾ। ਤੇ ਦੋਨੋਂ ਜਣੇ ਜਾਣਦੇ ਸੀ, ਜਾਂ ਤਾਂ ਦੀਪ ਸਿੱਧੂ ਜਾਣਦਾ ਸੀ ਜਾਂ ਰੀਨਾ ਰਾਏ ਜਾਣਦੀ ਸੀ ਕਿ ਉਸ ਗੱਡੀ ਦੇ ਵਿੱਚ ਉਸ ਸਮੇਂ ਹੋਇਆ। ਹੁਣ ਉਹ ਤੇ ਆ ਜਾਓ ਤੁਸੀਂ, ਉਹਦੀ ਸਟੇਟਮੈਂਟ ਆ ਜਿਹੜੀ ਤੁਸੀਂ ਬਾਹਲੀ ਸੱਚੀ ਕਹਿੰਦੇ ਹੋਗੇ। ਉਹ ਕਹਿੰਦੀ ਮੈਂ ਤਾਂ ਸੁੱਤੀ ਪਈ ਸੀ, ਵੀ ਕਾਰ ਤੇਜ਼ ਸੀ। ਉਹ ਸੁੱਤੇ ਪਏ ਨੂੰ ਕੀ ਪਤਾ ਕੀ ਹੁੰਦਾ? ਕੋਈ ਇੱਕ ਗੱਲ ਤੇ ਤਾਂ ਆਵੇ, ਕਿਸੇ ਕਦੇ ਗੱਲ ਦਾ ਲੱਤ ਫੜ ਲੈਂਦੀ ਹੈ, ਕਦੇ ਬਾਂਹ ਫੜ ਲੈਂਦੀ ਹੈ, ਕੋਈ ਮੂੰਹ ਸਿਰ ਲੱਗਦਾ ਉਹਦੀ ਗੱਲ ਦਾ। ਫਿਰ ਮੈਂ ਉਹਦੇ ਤੇ ਉਹ ਲਾਈ ਹੋਈਆਂ ਜਿਹੜੇ ਕੇਸ ਦੇ ਰਿਗਾਰਡਿੰਗ ਐਪਲੀਕੇਸ਼ਨਸ ਮੂਵ ਕੀਤੀਆਂ ਹੋਈਆਂ ਵੀ ਦੀਪ ਦੀਆਂ ਲੋਕੇਸ਼ਨਸ, ਦੀਪ ਦੇ ਫੋਨ ਕਾਲਸ, ਰੀਨਾ ਦੀਆਂ ਲੋਕੇਸ਼ਨਸ, ਰੀਨਾ ਦੇ ਫੋਨ ਕਾਲਸ ਦੀ ਡਿਟੇਲ ਮੈਨੂੰ ਅੱਜ ਤੱਕ ਕਿਉਂ ਨਹੀਂ ਮਿਲੀਗੀ? ਫਿਰ ਉਸ 'ਚ ਕਿਤੇ ਨਾ ਕਿਤੇ ਤਾਂ ਕੋਈ ਕੜੀਆਂ ਕਿਤੇ ਤਾਂ ਜੁੜਦੀਆਂ ਹੀ ਆ ਨਾ। ਫਿਰ ਇਹਨੂੰ ਐਡਾ ਕੀ ਡਰ ਪੈ ਗਿਆ ਸੀ 16 ਨੂੰ ਭੱਜਣ ਦਾ? ਜਿਹੜਾ ਬੰਦਾ ਸੱਚਾ ਉਹ ਤਾਂ ਖੜਾ, ਦੀਪ ਸੱਚਾ ਸੀ, ਉਹ ਖੜਾ ਸੀ। ਦੀਪ ਜੇ 26 ਨੂੰ ਵੀ ਸੱਚਾ ਸੀ ਤਾਂ ਉਹ ਵੀ ਖੜਾ ਸੀ, ਉਹਨੇ ਸਾਰਾ ਕੁਝ ਫੇਸ ਕੀਤਾ। ਉਹਨੇ ਉਹ ਵੀ ਸਹੁੰ ਖਾਧੀ ਸੀ ਵੀ ਜੇ ਮੈਂ ਪੰਜਾਬ ਨਾਲ ਗਦਾਰੀ ਕਰ ਗਿਆ ਤਾਂ ਜੇ ਮਰਜ਼ੀ ਕਰ ਲਿਓ।
ਉਹ ਸੱਚਾ ਸੀ, ਉਹ ਖੜਾ ਸੀ। ਜੇ ਇਹ ਝੂਠੀ ਸੀ ਤਾਂ ਭੱਜੀ ਆ। ਫਿਰ ਕਿਤੇ ਨਾ ਕਿਤੇ ਤਾਂ ਇਹ ਚੀਜ਼ ਦਾ ਫਰਕ ਉਹਦੇ ਤੇ ਹੀ ਆਉਂਦਾ ਨਾ। ਕੋਈ ਕੱਲ ਨੂੰ ਤਾਂ ਮਨਦੀਪ ਕਹੇ ਕੁਛ ਹੋਰ ਕਹਿ ਦੂਗਾ, ਫਿਰ ਉਹ ਵੀ ਮੰਨ ਲਓਗੇ। ਮੇਰੀ ਉਹਦੇ ਨਾਲ ਅੱਜ ਤੱਕ ਗੱਲ ਨਹੀਂ ਹੋਈਗੀ। ਮਨਦੀਪ ਜੀ, ਬੜੀ ਸਾਰੀ ਚੀਜ਼ਾਂ ਨੇਗੀਆਂ ਜਿਸ ਤਰੀਕੇ ਦੇ ਨਾਲ ਤੁਹਾਡੇ ਤੋਂ ਵੀ ਮੈਂ ਸਵਾਲ ਕਰ ਰਿਹਾ ਉਹਨਾਂ ਤੋਂ ਵੀ ਮੈਂ ਸਵਾਲ ਕੀਤੇ, ਉਸ ਦੇ ਵਿੱਚ ਇਹ ਜ਼ਿਕਰ ਜ਼ਰੂਰ ਆਇਆ। ਮੈਂ ਇੱਕ ਵਾਰ ਫਿਰ ਤੋਂ ਦੁਹਰਾਊਂਗਾ ਕਿ ਪੈਸੇ ਦਾ ਜ਼ਿਕਰ, ਸਭ ਚੀਜ਼ ਦਾ ਜ਼ਿਕਰ, ਜਾਂ ਉਸ ਦੇ ਨਾਮ ਤੇ ਸਿਆਸਤ ਪਕਾਉਣ ਦਾ ਜ਼ਿਕਰ। ਤੁਸੀਂ ਹੁਣੇ ਕਹਿ ਕੇ ਹਟੇ ਹੋ ਥੋੜ੍ਹੀ ਦੇਰ ਪਹਿਲਾਂ ਹੀ ਕਿ ਸਿਮਰਨਜੀਤ ਸਿੰਘ ਮਾਨ ਮੇਰੇ ਕੋਲ ਆਏ ਵੀ ਨਹੀਂ, UNO ਦੀ ਗੱਲ ਕਰਦੇ ਸੀਗੇ, ਉਸ ਤੋਂ ਬਾਅਦ ਮੇਰੇ ਨਾਲ ਗੱਲ ਵੀ ਨਹੀਂ ਕਦੀ ਕੀਤੀ। ਇਸ ਤੋਂ ਤਾਂ ਸਿੱਧਾ ਜਾਪਦਾ ਹੈ ਕਿ ਨਾਮ ਦਾ ਯੂਜ਼ ਤਾਂ ਪੂਰਾ ਕੀਤਾ ਗਿਆ, ਕਿ ਦੀਪ ਸਿੱਧੂ ਦਾ ਲੈ ਕੇ ਨਾਮ ਪ੍ਰਚਾਰ ਕੀਤਾ ਗਿਆ ਹਰ ਜਗ੍ਹਾ ਤੇ। ਦੀਪ ਸਿੱਧੂ ਨੇ ਉਹਨਾਂ ਦੇ ਲਈ ਪ੍ਰਚਾਰ ਵੀ ਕੀਤਾ, ਤੇ ਇਸ ਤੋਂ ਸਿੱਧੀ ਗੱਲ ਜਾਪਦੀ ਹੈ। ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋ? ਹਾਂ ਦੇਖੋ, ਇਹ ਤਾਂ ਹੈ ਹੀ ਆ ਕਿਤੇ ਨਾ ਕਿਤੇ। ਫਿਰ ਜੇ ਆਪਾਂ ਉਹਦਾ ਕੀਤਾ ਸੀ ਤਾਂ ਉਹਦੇ ਤੇ ਇਨਵੈਸਟੀਗੇਸ਼ਨ ਵੀ ਆਪਾਂ ਨੂੰ ਕਿਸੇ ਹੱਦ ਤੱਕ ਤਾਂ ਕਰਾਉਣੀ ਚਾਹੀਦੀ ਸੀ ਨਾ। ਪਰ ਇਹ ਇਲਜ਼ਾਮ ਕਿੱਥੇ ਮੰਨਦੇ ਹੋ ਕਿ ਸਹੀ ਵੀ ਹੋ ਜਾਂਦੇ ਨੇਗੇ? ਦੇਖੋ, ਅਗਲਿਆਂ ਦੀ ਇਹ ਤਾਂ ਉਹਨਾਂ ਦੀ ਆਪਦੀ ਨਿੱਜੀ ਸੋਚ ਆ, ਤੇ ਆਪਦੀ ਕੋਈ ਉਹਨਾਂ ਦੀਆਂ ਬਾਉਂਡਿੰਗਸ ਹੋਣੀਆਂ ਹੀ ਆ, ਜਾਂ ਉਹਨਾਂ ਤੇ ਕੋਈ ਦਬਾਅ ਹੋਣਾ ਜਿਸ ਤਰੀਕੇ ਨਾਲ ਉਹ ਵੀ ਚੁੱਪ ਕਰ ਗਏ ਆ ਜੀ। ਕੱਲ੍ਹ ਨੂੰ ਜੇਕਰ ਰੀਨਾ ਰਾਏ ਸਭ ਦੇ ਸਾਹਮਣੇ ਆਉਂਦੀ ਹੈ, ਓਪਨ ਡਿਬੇਟ ਦੀ ਗੱਲ ਕਰਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਆਉਂਦੀ ਹੈ, ਮਨਦੀਪ ਸਿੱਧੂ ਜਾਣਗੇ? ਬਿਲਕੁਲ। ਉਸ 'ਚ ਸਾਨੂੰ ਓਪਨ ਡਿਬੇਟ ਪਰ ਕਿਸ ਗੱਲ ਦੀ ਕਰਨਾ ਚਾਹੁੰਦੀ ਹੈ ਇਹ ਤਾਂ ਪਤਾ ਲੱਗੇ ਨਾ। ਕੀ ਚੀਜ਼ ਦੀ ਡਿਬੇਟ ਕਰਨਾ ਚਾਹੁੰਦੀ ਹੈ? ਸ਼ਹੀਦ ਵੀ ਉਹਨੂੰ ਦਿੱਤਾ, ਉਹ ਪੰਥ ਨੇ ਦਿੱਤਾ, ਉਹ ਮਨਦੀਪ ਨੇ ਤਾਂ ਨਹੀਂ ਦਿੱਤਾ। ਮੈਂ ਤਾਂ ਨਹੀਂ ਕਿਹਾ। ਜੇ ਕਿਸੇ ਦਾ ਹੋਰ ਵੀ, ਮੈਂ ਜਿਵੇਂ ਪਹਿਲਾਂ ਵੀ ਕਿਹਾ, ਕਿਸੇ ਦਾ ਕੋਈ ਮਰਦਾ, ਉਹ ਥੋੜ੍ਹੀ ਕਹਿੰਦਾ ਵੀ ਸਾਨੂੰ ਸ਼ਹੀਦ ਕਹਿ ਦਿਓ, ਸਾਡੇ ਬੰਦੇ ਨੂੰ। ਉਹਨੂੰ ਸ਼ਹੀਦ ਤਾਂ ਨਹੀਂ ਕਹੋਗੇ, ਤੁਸੀਂ ਕਹਿ ਦੋਗੇ। ਤੁਸੀਂ ਆਪ ਦੱਸੋ, ਸਾਰੀ ਸੰਗਤ ਮੈਨੂੰ ਜਵਾਬ ਦੇ ਦੇ ਵੀ ਜਿਨ੍ਹਾਂ ਦਾ ਤੁਹਾਡਾ ਕੋਈ, ਜਦੋਂ ਕੋਈ ਮਰਦਾ ਹੈਗਾ ਉਹਨੂੰ ਜੇ ਆਪਾਂ ਸ਼ਹੀਦ ਕਹਿ ਦਾਂਗੇ, ਉਹਨੂੰ ਸ਼ਹੀਦ ਦਾ ਦਰਜਾ ਮਿਲ ਜੂ? ਨਹੀਂ ਮਿਲਦਾ ਹੈਗਾ, ਇਹ ਪੰਥ ਨੇ ਹੀ ਦਿੱਤਾ ਹੈਗਾ। ਤਾਂ ਉਹ ਹੋਰ ਗੱਲ ਕੀ ਕਰਨਾ ਚਾਹੁੰਦੀ ਹੈਗੀ? ਦੂਜੀ ਹਜੇ ਇਨਵੈਸਟੀਗੇਸ਼ਨ ਪੈਂਡਿੰਗ ਹੈ, ਉਹਨੂੰ ਕਿ ਤੂੰ ਆਪਦੀਆਂ ਕਾਲ ਡਿਟੇਲਸ ਦੇ, ਤੇ ਜਿਹੜੀ ਗੱਲ ਤੇ ਕੋਈ ਗੱਲ ਦਾ ਮੂੰਹ ਸਿਰ ਹੋਇਆ ਉੱਥੇ ਜ਼ਰੂਰ ਬੈਠਾਂਗੇ। ਪ੍ਰੂਫ ਸਾਰੇ ਦੇਣ ਨੂੰ ਤਿਆਰ ਨੇ ਤੁਹਾਡੇ ਜਿਹੜੇ ਇੰਗੇਜਮੈਂਟ ਵਾਲੇ ਤੁਸੀਂ ਪ੍ਰੂਫ ਮੰਗਦੇ ਹੋ, ਸਾਰਾ ਕੁਝ ਕਹਿੰਦੇ ਮੇਰੇ ਕੋਲ ਹੈਗਾ, ਜਦੋਂ ਵਾਰੀ ਆਏਗੀ ਮੈਂ ਸਭ ਕੁਝ ਦਿਖਾ ਦਾਂਗਾ। ਹਾਂ ਠੀਕ ਹੈ। ਫਿਰ ਸਾਲ ਤੱਕ ਚੁੱਪ ਕਿਉਂ ਸੀਗੀ? ਇੰਗੇਜਮੈਂਟ ਹੋਈ ਸੀ, ਸਾਡੇ ਕੋਲ ਤਾਂ ਪਰਿਵਾਰ ਨਾਲ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਜਿਹਦੇ ਨਾਲ ਹੋਈ ਉਹਨੂੰ ਪਤਾ ਹੋਊ ਜੀ। ਇਹ ਮੰਨਦੇ ਹੋ ਕਿ ਵਾਰਿਸ ਪੰਜਾਬ ਨੂੰ ਢਾਹ ਲਾਉਣ ਦੀ ਵੀ ਗੱਲ ਹੈਗੀ ਹੈ? ਜਿਸ ਤਰੀਕੇ ਨਾਲ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਸਾਲ ਬਾਅਦ ਆਉਣ ਦੀ ਕੀ ਲੋੜ ਪਈ ਸੀਗੀ, ਤੇ ਵਾਰਿਸ ਪੰਜਾਬ ਜਥੇਬੰਦੀ ਨੂੰ ਵੀ ਢਾਹ ਲਾਉਣ ਦੀ ਲੋੜ ਹੈਗੀ, ਕਿਉਂਕਿ ਜਿਹੜੀ ਮੂਵਮੈਂਟ ਪੰਜਾਬ ਦੇ ਵਿੱਚ ਚੱਲ ਰਹੀ ਹੈ, ਇਸ ਮੂਵਮੈਂਟ ਨੂੰ ਹਟਾਉਣ ਦੀ ਕੋਸ਼ਿਸ਼, ਰੋਕਣ ਦੀ ਕੋਸ਼ਿਸ਼, ਔਰ ਰੀਨਾ ਰਾਏ ਦੀ ਐਂਟਰੀ ਦੀ ਕੋਸ਼ਿਸ਼। ਦੇਖੋ, ਇਹ ਚੀਜ਼ਾਂ ਤਾਂ ਮੈਂ ਤੁਹਾਨੂੰ ਕਹਿ ਹੀ ਰਿਹਾਂਗਾ ਵੀ ਆਪਾਂ ਨੂੰ ਆਪਣੇ ਮੇਨ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਆਪਣੇ ਮੇਨ ਮੁੱਦੇ ਹੋਰ ਆ, ਆਪਾਂ ਕਾਰਜ ਕੁਛ ਹੋਰ ਕਰ ਰਹੇ ਹਾਂ। ਆਪਾਂ ਗੱਲ ਤਾਂ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਕਰ ਰਹੇ ਹਾਂ। ਹੁਣ ਇਹੀ ਗੱਲ ਜੇ ਮੈਂ ਕਰੂੰ, 15 ਤਰੀਕ ਨੂੰ ਅਸੀਂ ਬਾਈ ਦੀ ਯਾਦਗਾਰ ਦਾ ਉੱਥੇ ਨੀਂਹ ਪੱਥਰ ਰੱਖਿਆ ਜੀ, ਉਦੋਂ 5 ਦਿਨ ਪਹਿਲਾਂ ਹੀ ਆ ਕੇ ਇਹ ਲਾਈਵ ਹੁੰਦੀ ਹੈਗੀ। ਉਹ ਕੀ ਕਾਰਨ ਸੀਗਾ? ਕਿਉਂ? ਜੇ ਆਪਾਂ ਸੱਚੀ ਉਹਨੂੰ, ਦੀਪ ਨੂੰ ਚਾਹੁੰਦੇ ਆ, ਜਿਹੜੇ ਪਿਆਰ ਕਰਨ ਵਾਲੇ ਹੈਗੇ ਜਾਂ ਦੀਪ ਨੂੰ ਚਾਹੁਣ ਵਾਲੇ ਹੈਗੇ, ਉਹ ਤਾਂ ਇਹ ਚੀਜ਼ ਚਾਹੁਣਗੇ ਵੀ ਦੀਪ ਦੀ ਸੋਚ ਅੱਗੇ ਲੈ ਕੇ ਜਾਈਏ। ਉਹ ਦੀਪ ਦੇ ਨਾਮ ਤੇ ਬਰਖੇਵੇਂ ਥੋੜੀ ਖੜੇ ਕਰਨਗੇ। ਇਹ ਚੀਜ਼ ਤੋਂ ਕੀ ਜ਼ਹਿਨ ਹੁੰਦਾ ਗਾ? ਤੁਸੀਂ ਆਮ ਬੰਦੇ ਦੀ ਨਿਗਾਹ ਨਾਲ ਸੋਚ ਕੇ ਦੇਖੋ ਨਾ ਵੀ ਕਿੱਧਰ ਨੂੰ ਗੱਲ ਜਾਂਦੀ ਆ। ਵੀ ਕਿਤੇ ਤਾਂ ਆਪਾਂ ਉਹਦੀ ਸੋਚ ਦੀ ਗੱਲ ਕਰੀਏ, ਉਹਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਪੰਥ ਦੀ ਗੱਲ ਕਰੀਏ, ਤੇ ਕਿਤੇ ਆਪਾਂ ਉਹਦੇ ਹੀ ਨਾਮ ਤੇ ਆ ਕੇ ਉਹ 'ਚ ਇੰਨਾ ਜ਼ਿਆਦਾ ਉਲਝਾ ਦਈਏ ਆਪਣੇ ਪੰਥ ਨੂੰ ਵੀ ਉਹ ਇਹ ਹੀ ਨਾ ਸਮਝ ਸਕੇ ਵੀ ਇਹ ਕੌਣ ਸੀ। ਇਹ ਫਰਕ ਤੁਸੀਂ ਦੇਖੋ ਨਾ ਵੀ ਕਿੱਥੇ ਜਾਂਦੀ ਹੈ ਗੱਲ ਦਾ। ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਮਨਦੀਪ ਸਿੱਧੂ ਮੇਰੇ ਨਾਲ ਮੌਜੂਦ ਸੀਗੇ, ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਮੁੱਦਿਆਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, 1 ਸਾਲ ਦੀ ਐਂਟਰੀ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਮੁੱਦੇ ਚੱਲ ਰਹੇ ਨੇ, ਖਾਸ ਤੌਰ ਤੇ ਵਾਰਿਸ ਪੰਜਾਬ ਜਿਸ ਤਰੀਕੇ ਦੇ ਨਾਲ ਮੁੱਦਿਆਂ ਨੂੰ ਲੈ ਕੇ ਗੰਭੀਰ ਹੋ ਰਿਹਾ, ਪੰਜਾਬ ਦੇ ਵਿੱਚ ਅਸਲ ਮਸਲੇ ਕੀ ਨੇ ਉਸ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅਗਰ ਓਪਨ ਡਿਬੇਟ ਦੀ ਗੱਲ ਹੁੰਦੀ ਹੈ, ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਰੀਨਾ ਰਾਏ ਦੀ ਓਪਨ ਡਿਬੇਟ ਹੁੰਦੀ ਹੈ, ਤੇ ਮਨਦੀਪ ਸਿੱਧੂ ਕਹਿੰਦੇ ਨੇ ਮੈਂ ਵੀ ਉਸ ਦਾ ਪਾਰਟ ਬਣੂੰਗਾ। ਲੇਕਿਨ ਸਵਾਲ ਇਹ ਕਿ ਉਹ ਜਾਣਨਾ ਕੀ ਚਾਹੁੰਦੇ ਨੇ, ਕਿਸ ਚੀਜ਼ ਦਾ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਨੇ। ਇੱਕ ਵੱਡਾ ਸਵਾਲ ਜਿਹੜਾ ਉਹ ਮਨਦੀਪ ਸਿੱਧੂ ਦੇ ਵੱਲੋਂ ਵੀ ਜਿਹੜਾ ਉਹ ਖੜਾ ਕਰਦਾ। ਕੈਮਰਾਮੈਨ ਹਰਪਾਲ ਦੇ ਨਾਲ ਅੰਪਿਤ ਸਿੰਘ, ਲਿਵਿੰਗ ਇੰਡੀਆ ਨਿਊਜ਼।